ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ, ਪਾਦ ਪੰਕਜ, ਸਿਮਰੋ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰ ਨਿਤ ਧਿਆਵ। ਸ੍ਰੀ ਗੁਰੂ ਰਾਮਦਾਸ ਗੁਣ ਗਾ, ਜਨ ਬਿਘਨਨ ਕੀ ਨਾਸ਼ਕ, ਬਿਘਨਨ ਕੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਹਰ ਰਾਈ ਨਮੋ ਕਰ, ਸਿੱਧਾ ਕਰ ਨਮੋ ਕਰ। ਸ਼੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਤਰਾ ਪਰ ਪੁੰਨ ਪੁੰਨ ਜੀ, ਪੁੰਨ ਪੁੰਨ ਸੀਸ ਬੰਦਾ ਬਾਰ ਬਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ, ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ, ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਰਾਜਾਨ ਰਾਜ, ਪਾਨਾਨ ਪਾਨ, ਦੀਵਾਨ ਦੀਵ, ਉਪਮਾ ਮਹਾਨ। सतगुरु श्री गुरु तेग बहादुर महाराज सच्चे पातशाह जियों के पावन चरनां नाल निवाजी धरती, गुरुद्वारा श्री दुख निवारण साहिब जी के पावन पवित्र मुबारक स्थानां ते श्री गुरु ग्रंथ साहिब सच्चे पातशाह जी महाराज तिन्हां दी पावन पवित्र हजूरी अंदर भावना अदब अकीदत नाल नमस्कार करके जन्म सफला रहे सतसंगी जनों, सतगुरु श्री गुरु नानक देव महाराज सच्चे पातशाह जियों के पावन मुबारक जीवन कथा शहनशाह जियों के पावन स्थानां तो श्रवण कर रहे हाँ। चल रहे लड़ीवार प्रसंग श्री गुरु नानक देव महाराज जी मक्के दी धरती ते हन, भाई साहब भाई मरदाना जियों के संग उन्हां थावां ते हन। गोष्ठी हुई, विचार हुई गुरु नानक देव महाराज जियां दे नाल काजी रुकनदीन दी। काजी रुकनदीन पाकिस्तान दे अंदर नगर है,
ਇਹ ਉਥੋਂ ਦੇ ਸਨ, ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਸੰਗ ਉੱਥੇ ਪਹੁੰਚੇ ਹੋਏ ਸਨ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਕਾਜ਼ੀ ਰੁਕਨਦੀਨ ਦੀ ਵਿਚਾਰ ਹੋਈ। ਸਤਿਗੁਰੂ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਓ ਨੇ ਪਾਵਨ ਪਵਿੱਤਰ ਗੁਰੂ ਕੀ ਬਾਣੀ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਥੋਂ ਦਿਆਂ ਵਸਨੀਕਾਂ ਨੂੰ ਉਪਦੇਸ਼ ਦਿੱਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇਹੋ ਬਾਤ ਸਮਝਾਈ ਕਿ ਇਹ ਭਾਈ ਸਾਰਿਆਂ ਦੇ ਅੰਦਰ ਇੱਕ ਪਰਿਪੂਰਨ ਪਰਮਾਤਮਾ ਦਾ ਵਾਸਾ ਹੈ। ਉਹਦੀ ਨਿਗਾਹ ਦੇ ਅੰਦਰ ਕੋਈ ਵੀ ਉੱਚਾ ਜਾਂ ਕੋਈ ਵੀ ਨੀਵਾਂ ਨਹੀਂ ਹੈ। ਸਾਰੀ ਖਲਕਤ ਬਸ ਉਸੇ ਦੀ ਬਣਾਈ ਹੋਈ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਤਿੰਨ ਮਿੱਤਰਾਂ ਦੇ ਬਾਰੇ ਦੱਸਿਆ ਕਿ ਤਿੰਨ ਮਿੱਤਰ ਕਿਹੜੇ ਹਨ। ਇੱਕ ਧਨ, ਦੂਸਰਾ ਕੁਟੰਬ, ਤੀਸਰਾ ਚੰਗੇ ਗੁਣ। ਧਨ ਤਾਂ ਉਦੋਂ ਤੱਕ ਹੈ ਸਾਧ ਸੰਗਤ ਜੀਓ ਜਦੋਂ ਤੱਕ ਇਹ ਸਰੀਰ ਹੈ। ਧਨ ਵੀ ਜਦ ਉਸ ਵਕਤ ਸਾਧ ਸੰਗਤ ਜੀਓ ਚਲਾ ਗਿਆ, ਧਨ ਦਾ ਦਾਹ ਸੰਸਕਾਰ ਹੋਇਆ, ਕੁਟੰਬ ਨਾਲੋਂ ਸਾਥ ਛੁੱਟਾ, ਤੇ ਜਿਹੜਾ ਸਦੀਵੀ ਮਿੱਤਰ ਹੈ ਉਹ ਹੈ ਚੰਗੇ ਕਰਮ। ਭਾਵੇਂ ਕਿ ਕਹਿੰਦੇ ਹਾਂ ਕਿ ਖਾਲੀ ਹੱਥ ਆਏ ਹਾਂ, ਖਾਲੀ ਹੱਥ ਸੰਸਾਰ ਤੋਂ ਜਾਣਾ ਹੈ, ਪਰ ਮਹਾਰਾਜ ਕਹਿੰਦੇ ਨਹੀਂ ਭਾਈ, ਜਾਣ ਲੱਗਿਆਂ ਆਪਣੇ ਚੰਗੇ ਮੰਦੇ ਲੇਖ ਵੀ ਫਿਰ ਮਨੁੱਖ ਨਾਲ ਲੈ ਕੇ ਜ਼ਰੂਰ ਜਾਂਦਾ ਹੈ। ਧਨ ਸੰਪਦਾ ਨਾਲ ਨਹੀਂ ਨਿਭਦੀ, ਪਰ ਜਿਹੜੇ ਚੰਗੇ ਜਾਂ ਮੰਦੇ ਗੁਣ ਜੋ ਸੰਸਾਰ ਤੇ ਖੱਟਿਆ ਵਿਹਾਜਿਆ ਹੈ, ਜਿਵੇਂ ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਕਰੋ ਅਰਦਾਸ ਗਾਵ ਕਿਛ ਬਾਕੀ, ਲਿਹੋ ਨਵੇਰ ਆਜ ਕੀ ਰਾਤੀ ਬਾਬਾ ਕਬੀਰ ਸਾਹਿਬ। ਹੇ ਭਾਈ, ਉਸ ਥਾਂ ਤੇ ਪੁੱਛਿਆ ਗਿਆ ਕਿ ਹਾਂ ਭਾਈ ਦੱਸ, ਤੈਨੂੰ ਉਸ ਦਰਬਾਰ ਦੇ ਅੰਦਰ, ਤੈਨੂੰ ਉਸ ਮਾਲਕ ਜੀਆਂ ਦੇ ਘਰ ਹੈ ਜੀਵ ਤੈਨੂੰ ਬੁਲਾਇਆ ਗਿਆ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਸਾਧ ਸੰਗਤ ਜੀਓ ਉਸ ਥਾਂ ਜਿਹੜੇ ਉਥੋਂ ਦੇ ਵਸਨੀਕ ਨੇ, ਜਿਹੜੇ ਆਲਮ ਫਾਜ਼ਲ ਨੇ, ਮਹਾਰਾਜ ਜੀਆਂ ਦੇ ਨਾਲ ਉਥੇ ਵਿਚਾਰ ਵੀ ਹੋਈ ਹੈ। ਸਾਧ ਸੰਗਤ ਜੀ, ਇੱਕ ਸੈਯਦ ਪ੍ਰਿਥੀਪਾਲ ਸਿੰਘ ਜੀ ਹੋਏ ਹਨ। ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜਿਹੜੇ ਜੀਵਨ ਦੀ ਕਥਾ ਹੈ, ਇੱਕ ਕਿਤਾਬ ਸਿਹਤੋ ਬਾਬਾ ਨਾਨਕ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਮੱਕੇ ਦੀ ਯਾਤਰਾ ਬਾਬਤ ਉਹਨਾਂ ਦਿਨਾਂ ਦੇ ਅੰਦਰ ਜੋ ਉਸ ਥਾਂ ਤੇ ਵਿਚਾਰ ਹੋਈ, ਉਹਨੂੰ ਇੱਕ ਕਿਤਾਬ ਦੇ ਅੰਦਰ ਅੰਕਿਤ ਵੀ ਕੀਤਾ ਹੈ ਵਿਸਥਾਰ ਦੇ ਨਾਲ। ਕਿਉਂਕਿ ਕੁਝ ਇਤਿਹਾਸ ਤਾਂ ਉਹ ਹੁੰਦਾ ਹੈ, ਚਲੋ ਜਿਹੜਾ ਇਤਿਹਾਸਕਾਰਾਂ ਦੀ ਨਿਗਾਹ ਦੇ ਵਿੱਚ ਆ ਗਿਆ, ਪਰ ਕੁਝ ਇਤਿਹਾਸ ਉਹ ਵੀ ਹੁੰਦਾ ਹੈ ਜਿਹੜਾ ਸੀਨੇ ਬਸੀਨੇ, ਜਿੱਥੇ ਜਿਹੜੇ ਉਥੋਂ ਦੇ ਵਸਨੀਕ ਹੋਣ, ਜਿਹੜਾ ਉਹਨਾਂ ਨੂੰ ਪਤਾ ਹੁੰਦਾ ਹੈ। ਕਈ ਘਟਨਾਵਾਂ, ਕਈ ਸਾਖੀਆਂ ਜਿਹੜੀਆਂ ਇਤਿਹਾਸ ਦੇ ਅੰਦਰ ਦਰਜ ਨਹੀਂ ਹੁੰਦੀਆਂ, ਪਰ ਉਹ ਅਸਲ ਵਿੱਚ ਵਾਪਰੀਆਂ ਹੋਈਆਂ ਹੁੰਦੀਆਂ ਹਨ। ਉਹਨਾਂ ਨੂੰ ਕਹਿੰਦੇ ਹਨ ਸੀਨੇ ਬਸੀਨੇ ਤੁਰਿਆ। ਜਿਵੇਂ ਕਿਸੇ ਨੇ ਆਪਣੇ ਬਜ਼ੁਰਗਾਂ ਤੋਂ ਸੁਣਿਆ, ਬਜ਼ੁਰਗਾਂ ਨੇ ਆਪਣੇ ਬਜ਼ੁਰਗਾਂ ਕੋਲੋਂ ਸੁਣਿਆ, ਇਸ ਤਰ੍ਹਾਂ ਇਤਿਹਾਸ ਨੂੰ ਕਹਿੰਦੇ ਨੇ ਸੀਨੇ ਬਸੀਨੇ ਤੁਰਿਆ ਜਿਹੜਾ ਇਤਿਹਾਸ ਹੈ। ਉਹਨਾਂ ਨੇ ਸੈਯਦ ਪ੍ਰਿਥਪਾਲ ਜਿਹੜੇ ਸਨ, ਇੱਕ ਪਹਿਲਾਂ ਮੁਸਲਮਾਨ ਘਰਾਣੇ ਦੇ ਵਿੱਚੋਂ ਸਨ, ਬਾਅਦ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਸਿੱਖੀ ਘਰਾਣੇ ਵਿੱਚ ਆਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਖੰਡੇ ਬਾਟੇ ਦੀ ਪੌਲ ਇਹਨਾਂ ਨੇ ਛਕੀ। ਇਹਨਾਂ ਨੇ ਉਸ ਥਾਂ ਤੇ ਲੋਕਾਂ ਉੱਥੋਂ ਵਿਚਰ ਕੇ, ਮੱਕੇ ਦੇ ਉਹਨਾਂ ਥਾਵਾਂ ਤੇ ਵਿਚਰ ਕੇ ਅਰਬ ਕੰਟਰੀ ਅੰਦਰ, ਉੱਥੇ ਉਹਨਾਂ ਨੇ ਫਿਰ ਆ ਕੇ ਜਿਹੜੇ ਸਾਰੇ ਹਾਲ ਸਨ ਉਹਨਾਂ ਨੇ ਮਹਾਰਾਜ ਜੀਆਂ ਦੇ ਬਾਬਤ ਉਸ ਕਿਤਾਬ ਦੇ ਅੰਦਰ ਅੰਕਿਤ ਕੀਤਾ। ਕਿਵੇਂ ਮਹਾਰਾਜ ਜੀਆਂ ਦੀ ਵਿਚਾਰ ਹੋਈ ਉਸ ਥਾਂ ਤੇ, ਇਹ ਆਪਾਂ ਸਾਧ ਸੰਗਤ ਜੀਓ ਪਿਛਲੇ ਦਿਨਾਂ ਦੇ ਅੰਦਰ ਮਹਾਰਾਜ ਜੀਆਂ ਦੇ ਘਰ ਦੀ ਜਿਹੜੀ ਪਾਵਨ ਪਵਿੱਤਰ ਕਥਾ ਵਿਚਾਰ ਸਰਵਣ ਕਰ ਰਹੇ ਹਾਂ। ਮਹਾਰਾਜ ਜੀਆਂ ਨੇ ਪੰਜ ਨਿਵਾਜਾਂ ਬਾਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਉੱਥੇ ਦੱਸਿਆ। ਹੋਰ ਵੀ ਜਿਹੜੀ ਵਿਚਾਰ ਹੋਈ, ਆਓ ਮਨ ਬਿਰਤੀਆਂ ਇਕਾਗਰ ਕਰਦਿਆਂ ਅਗੇਰੇ ਪਾਵਨ ਪਵਿੱਤਰ ਵਿਚਾਰ ਪ੍ਰਾਰੰਭ ਕਰੀਏ ਜੀ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਜਿਸ ਪਾਵਨ ਪਵਿੱਤਰ ਮੁਬਾਰਕ ਗ੍ਰੰਥ ਦੇ ਅੰਦਰ ਅੰਮ੍ਰਿਤ ਰੂਪੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਗਿਆਨ ਹੋਵੇ, ਜਿਸ ਸਮੁੰਦਰ ਦੇ ਅੰਦਰ, ਤੇ ਉਸ ਦੇ ਅੰਦਰ ਜਿਹੜੇ ਰਤਨ ਹਨ ਉਹ ਭਗਤੀ ਤਥਾ ਵੈਰਾਗ ਦੇ ਰਤਨ, ਜਿਹਦੇ ਅੰਦਰ ਲਬਰੇਜ਼ ਭਰੇ ਹੋਏ ਹਨ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਮੈਂ ਐਸੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਹਿਰਦੇ ਅੰਦਰ ਅਨੁਰਾਗ ਪ੍ਰੇਮ ਸਹਿਤ ਮੈਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਨਮਸਕਾਰ ਕਰਦਾ ਹਾਂ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾਮਨ ਤੇ ਟਾਰੀ ਰੇ। ਪਾਵਨ ਪਵਿੱਤਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਬਾਰਕ ਬਾਣੀ ਅੰਦਰ ਜਿਹੜੇ ਮਾਣਕ, ਜਿਹੜੇ ਮੁਬਾਰਕ ਰਤਨ ਭਰੇ ਹੋਏ ਹਨ, ਕਵੀ ਜੀ ਅਧਿਆਏ ਦੀ ਆਰੰਭਤਾ ਕਰਦੇ ਹੋਏ ਇੱਥੇ ਉਹਨਾਂ ਨੇ ਮੰਗਲ ਕੀਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਮੇਰੀ ਬਾਰੰਬਾਰ ਮੇਰੀ ਬੰਦਨਾ ਹੋਵੇ। ਸ੍ਰੀ ਬਾਲਾ ਸੰਧੂਰ ਵਾਚ ਦੋਹਰਾ। ਸ਼੍ਰੀ ਅੰਗਦ ਜੀ ਸੁਨਹੁ ਪੁਨ, ਕੇਤਿਕ ਦਿਵਸ ਬਿਤਾਏ। ਭਾਈ ਬਾਲਾ ਜੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੂੰ ਕਥਾ ਵਾਰਤਾ ਸਰਵਣ ਕਰਵਾ ਰਹੇ ਹਨ। ਹੇ ਪਾਤਸ਼ਾਹ ਜੀਓ, ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਓ, ਆਪ ਅਗੇਰੇ ਕਥਾ ਸਰਵਣ ਕਰੋ ਕਿ ਇਸ ਪ੍ਰਕਾਰ ਮੱਕੇ ਦੀ ਧਰਤੀ ਤੇ ਕੁਝ ਇੱਕ ਦਿਵਸ ਬਤੀਤ ਹੋਏ। ਮਰਦਾਨੇ ਕੋ ਬਚ ਕਹੇ, ਅਸ ਬਿਦ ਸ਼੍ਰੀ ਗਤ ਦਾਏ। ਦੇਣ ਵਾਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਆਪਣੇ ਸੰਗੀ ਭਾਈ ਮਰਦਾਨਾ ਜੀ ਨੂੰ ਬਚਨ ਕਹੇ। ਸਵਈਆ ਚੱਲ ਬੇਜਿਤ ਚਾਹੇ ਚਲੋ ਤਿਤ ਕੋ। ਹੇ ਭਾਈ ਮਰਦਾਨਾ, ਜਿੱਧਰ ਤੇਰਾ ਚਿੱਤ ਕਰਦਾ ਹੈ ਉਧਰ ਨੂੰ ਚੱਲੋ। ਸੁਨ ਬੋਲਤ ਭਾਗੁਰ ਸੋ ਮਰਦਾਨਾ। ਪਾਤਸ਼ਾਹ ਜੀਆਂ ਦੇ ਮੁਖੋਂ ਬੋਲ ਸੁਣ ਕੇ ਭਾਈ ਮਰਦਾਨਾ ਜੀ ਲੱਗੇ ਕਹਿਣ, ਜਿਹੇ ਥਾਨ ਮੈਂ ਗੁਰ ਮੁਹੰਮਦ ਹੈ। ਸਤਿਗੁਰੂ ਜੀ, ਜਿਹੜੀ ਥਾਂ ਤੇ ਕਬਰ ਹੈ ਮੁਹੰਮਦ ਸਾਹਿਬ ਦੀ, ਦਿਖਰਾਵੋ ਮੋਹੇ ਕੋ ਸੋ ਮਕਾਨਾ। ਏ ਪਾਤਸ਼ਾਹ ਜੀਓ, ਮੈਨੂੰ ਉਹ ਥਾਂ ਵਿਖਾ ਦਿਓ। ਆਏ ਹਾਂ ਇੱਥੇ ਜਿਹੜੀ ਥਾਂ ਤੇ ਗੌਰ ਕਬਰ ਹੈ। ਇਹ ਕਾਬੇ ਕੋ ਪਾਜ ਤੋ ਦੇਖ ਲਿਓ। ਹੁਣ ਮੈਂ ਇੱਥੇ ਕਾਬੇ ਦੇ ਅੰਦਰ ਜੋ ਵਾਪਰਦਾ ਸੀ ਉਹ ਤਾਂ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ। ਅਬ ਤਾਹੇ ਬੇਲੋਕਨ ਚਾਹੇ ਮਹਾਨਾ। ਹੁਣ ਮੇਰੀ ਚਾਹਨਾ ਹੈ ਮੈਂ ਉਹ ਵੀ ਵੇਖ ਲਵਾਂ, ਮੈਂ ਜੇ ਇੱਥੇ ਆਇਆ ਹੀ ਹਾਂ। ਇਸ ਦੇਸ਼ ਆਏ ਅਬ ਦੇਖ ਚੱਲੇ। ਪਾਤਸ਼ਾਹ ਹੁਣ ਇੱਥੋਂ ਤੱਕ ਆਏ ਤਾਂ ਹਾਂ, ਹੁਣ ਇਸ ਦੇਸ਼ ਵਿੱਚ ਆਏ ਹੀ ਹਾਂ, ਵੀ ਚਲੋ ਹੁਣ ਵੇਖਦੇ ਜਾਂਦੇ ਹਾਂ। ਤੁਮ ਕਾਮਨਾ ਪੂਰਨ ਹੋ ਗੁਣ ਖਾਨਾ। ਪਾਤਸ਼ਾਹ, ਤੁਸੀਂ ਆਪਣੇ ਜਗਿਆਸੂ ਸੇਵਕਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਹੋ। ਸਵਈਆ ਗੁਰ ਬੈਨ ਪਨੇ ਦਿਨ ਦਵਾਦਸ਼ ਗੈਲ। ਸਾਧ ਸੰਗਤ ਜੀਓ, ਮੱਕਾ ਵੱਖਰਾ ਹੈ, ਮਦੀਨਾ ਵੱਖਰਾ ਹੈ। ਭਾਵੇਂ ਕਿ ਮੱਕਾ ਮਦੀਨਾ ਆਪਾਂ ਇਕੱਠਾ ਹੀ ਕਹਿ ਦਿੰਦੇ ਹਾਂ, ਜਿਵੇਂ ਕਈ ਨਗਰਾਂ ਦੇ ਨਾਮ ਇਕੱਠੇ ਪੈ ਜਾਣ, ਪਰ ਨਗਰ ਵੱਖਰੇ ਵੱਖਰੇ ਹੁੰਦੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਭਾਈ ਮਰਦਾਨਾ ਜੀ ਦੇ ਬੋਲ ਸੁਣੇ। ਮਹਾਰਾਜ ਕਹਿੰਦੇ, ਭਾਈ ਜੀ, ਇਥੋਂ 12 ਕੁ ਦਿਨ ਦਾ ਜਿਹੜਾ ਪੈਂਡਾ ਹੈ ਉਹ ਇਥੋਂ ਦੂਰ ਹੈ ਗੌਰ ਮੁਹੰਮਦ ਜੋ ਮਕਾਨਾ। ਜਿਹੜੇ ਮਕਾਨ ਅੰਦਰ ਜਾਂ ਜਿਸ ਮੁਕਾਮ, ਜਿਸ ਥਾਂ ਤੇ ਮੁਹੰਮਦ ਸਾਹਿਬ ਦੀ ਕਬਰ ਹੈ, ਸੁਨਿਓ ਹਰ ਖਾਏ ਉਠਾ ਮਨ ਮੈਂ। ਇਹਨੇ ਬੋਲ ਸੁਣ ਕੇ ਭਾਈ ਮਰਦਾਨਾ ਜੀ ਹਿਰਦੇ ਅੰਦਰ ਪ੍ਰਸੰਨ ਹੋਏ। ਗੁਰ ਸੰਗਤ ਬੈ ਇਵ ਬੈਨ ਬਖਾਨਾ। ਪਾਤਸ਼ਾਹ ਜੀਆਂ ਨੂੰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ,
ਚੱਲ ਤੁਰਨ ਜਾਏ ਪਹੁੰਚ ਹੈ ਤਾਹੇ। ਪਾਤਸ਼ਾਹ ਆਪਾਂ ਕਿਹੜਾ ਜਾਂਦਿਆਂ ਨੂੰ ਕੋਈ ਸਮਾਂ ਤਾਂ ਲੱਗਣਾ ਨਹੀਂ, ਆਪਾਂ ਛੇਤੀ ਪਹੁੰਚ ਜਾਵਾਂਗੇ। ਸਮੀਪ ਹੈ ਨਹਿ ਦੂਰ ਸਥਾਨਾ। ਸਤਿਗੁਰੂ ਜੀ ਇੰਨੀ ਦੂਰ ਆਏ ਹਾਂ, ਚਲੋ ਹੁਣ ਆ ਵੀ ਕੋਈ ਜ਼ਿਆਦਾ ਪੈਂਡਾ ਨਹੀਂ, ਆਪਾਂ ਜਾਵਾਂਗੇ ਜ਼ਰੂਰ। ਬਿਗਸੇ ਬਦਨਾ ਬੁਝਤੇ ਤਬ ਹੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਪੁਨ ਬਾਕ ਕਹੇ ਤੇ ਸੋਗਤ ਦਾਨਾ। ਸਤਿਗੁਰੂ ਮੁਕਤੀ ਦਾਤੇ ਨੇ ਫੇਰ ਭਾਈ ਮਰਦਾਨਾ ਜੀ ਨੂੰ ਬਚਨ ਕਹੇ। ਸਵਈਆ ਦਵਾਦਸ਼ ਬਾਸੁਰ ਮਾਰਗ ਦੂਰ ਹੈ। ਦਵਾਦਸ਼ 12 ਦਿਨਾਂ ਦਾ ਲਗਭਗ ਇਥੋਂ ਸਫ਼ਰ ਹੈ। ਇਥੋਂ ਜੇ ਆਪਾਂ ਹੁਣ ਤੁਰਾਂਗੇ ਇੰਨੇ ਦਿਨਾਂ ਲਗਾਤਾਰ ਆਪਾਂ ਨੂੰ ਚੱਲਣਾ ਪੈਣਾ ਹੈ। ਤੂੰ ਉੱਚ ਰਹਿ ਹਮਰੇ ਟਿਗ ਸੋਊ। ਤੇ ਤੂੰ ਭਲਿਆ ਕਹਿ ਰਿਹਾ ਵੀ ਆ ਜਾਣਾ ਹੈ, ਨੇੜੇ ਜਾਣਾ ਹੈ। ਤੂੰ 12 ਦਿਨਾਂ ਦੇ ਸਫ਼ਰ ਨੂੰ ਕੋਈ ਸਫ਼ਰ ਹੀ ਨਹੀਂ ਮੰਨਦਾ ਭਾਈ। ਤੁਸੀਂ ਕਹਿ ਰਹੇ ਹੋ ਵੀ ਆ ਜਾਣਾ ਹੈ, ਇੰਨੀ ਦੂਰ 12 ਦਿਨ ਲਗਾਤਾਰ ਜੇ ਆਪਾਂ ਤੁਰਾਂਗੇ ਤਾਂ ਵੇਖੋ ਕਿਤਨੇ ਦਿਨ। ਕੱਲਾ ਜਾਣਾ ਨਹੀਂ, ਫਿਰ ਵਾਪਸ ਵੀ ਤਾਂ ਆਉਣਾ ਹੈ। ਤੁਸੀਂ ਕਹਿ ਰਹੇ ਹੋ ਵੀ ਨੇੜੇ ਹੀ ਹੈ। ਹੇ ਪ੍ਰਭ ਕੀਤੇ ਹਜ਼ਾਰ ਆਏ। ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਵੀ ਤਾਂ ਹਜ਼ਾਰਾਂ ਮੀਲ ਆਏ ਹੀ ਆ। ਸਤਿਗੁਰੂ ਜੀ ਇੰਨੀ ਦੂਰ ਆਪਾਂ ਹਿੰਦੁਸਤਾਨ ਭਾਰਤ ਖੰਡ ਤੋਂ ਆਪਾਂ ਇੰਨੀ ਦੂਰ ਹਜ਼ਾਰਾਂ ਮੀਲ ਆਏ ਹਾਂ। ਛਿਨ ਮਾਹੇ ਅਵਾਰ ਲੱਗੀ ਨਹਿ ਕੋ। ਬਾਦਸ਼ਾਹ ਉਦੋਂ ਆਉਂਦਿਆਂ ਕਿਹੜਾ ਦੇਰ ਲੱਗੀ ਸੀ। ਤੇ ਅੱਜ ਆਹ ਸਫ਼ਰ ਹੈ 12 ਦਿਨਾਂ ਦਾ। ਪਾਤਸ਼ਾਹ ਪਹਿਲਾਂ ਪੀਤਾ ਮਹਾਰਾਜ ਜੀਓ ਆਏ ਹਾਂ। ਦੂਰ ਨਾ ਜਾਣਤ ਹੋ ਇਹ ਤਤਕਾਲ। ਸਤਿਗੁਰੂ ਇਹ ਤਾਂ ਕੋਈ ਦੂਰ ਨਹੀਂ, ਇਹ ਤਾਂ ਤਤਕਾਲ ਨੇੜੇ ਹੀ ਹੈ। ਤਤਕਾਲ ਚਲੇ ਤੁਮਰੇ ਸੰਗ ਹੋ। ਮਹਾਰਾਜ ਮੈਂ ਆਪ ਜੀਆਂ ਦੇ ਨਾਲ ਇੱਥੋਂ ਚੱਲਾਂਗਾ ਤੇ ਥੋੜੇ ਸਮੇਂ ਵਿੱਚ ਹੀ ਆਪਣਾ ਸਾਰਾ ਪੰਧ ਨਿਬੜ ਜਾਏਗਾ। ਮਹਾਰਾਜ ਜੀ ਇਹ ਕੋਈ ਪੰਧ ਬਹੁਤਾ ਦੂਰ ਦਾ ਨਹੀਂ, ਇਹ ਤਾਂ ਪੰਧ ਹੀ ਬੜਾ ਨੇੜੇ ਦਾ ਹੈ। ਸਾਧ ਸੰਗਤ ਜੀਓ ਜਦੋਂ ਸਤਿਕਾਰਯੋਗ ਭਾਈ ਮਰਦਾਨਾ ਜੀ ਤਥਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਆਪਾਂ ਇਹ ਵਿਚਾਰ ਭਾਵੇਂ ਜਨਮ ਸਾਖੀਆਂ ਦੇ ਵਿੱਚ ਹੋਵੇ, ਭਾਵੇਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਇਹ ਵਾਰਤਾ ਹੋਵੇ, ਬੜੀ ਮਨ ਨੂੰ ਮੋਹ ਲੈਣ ਵਾਲੀ ਵਾਰਤਾ। ਕੁਝ ਇਤਿਹਾਸ ਦੇ ਬੋਲ ਤਾਂ ਚਲੋ ਇਤਿਹਾਸਕਾਰਾਂ ਨੇ ਕਲਮਬੰਦ ਕੀਤੇ ਨੇ। ਕਈ ਥਾਵਾਂ ਤੇ ਭਾਈ ਮਰਦਾਨਾ ਸਾਹਿਬ ਜੀ ਪਿਆਰ ਨਾਲ ਸਨੇਹ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪੱਲਾ ਪਕੜ ਕੇ ਬੈਠ ਜਾਂਦੇ ਨੇ। ਪਾਤਸ਼ਾਹ ਆਹ 12 ਦਿਨਾਂ ਦੇ ਸਫ਼ਰ ਨੂੰ ਤਾਂ ਸਫ਼ਰ ਪਾਤਸ਼ਾਹ ਮੰਨਦੇ ਹੋ, ਤੇ ਜਿਹੜੇ ਪਿੱਛੋਂ ਆਪਾਂ ਹਜ਼ਾਰਾਂ ਮੀਲ ਆਏ ਆ ਪਾਤਸ਼ਾਹ ਉਹ ਵੀ ਤਾਂ ਸਫ਼ਰ ਹੀ ਸੀ। ਉਹ ਵੀ ਤਾਂ ਆਪਾਂ ਇੰਨੀ ਦੂਰ ਜੰਗਲਾਂ ਬੇਲਿਆਂ ਦੇ ਵਿੱਚੋਂ ਪੈਂਡਾ ਝੱਗਦੇ ਹੋਏ ਆਪਾਂ ਇੱਥੋਂ ਤੱਕ ਆਏ ਹਾਂ। ਸੋ ਅਜਿਹੀ ਜਿਹੜੀ ਵਿਚਾਰ ਹੈ ਭਾਈ ਮਰਦਾਨਾ ਸਾਹਿਬ ਜੀ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਮੁਬਾਰਕ ਚਰਨਾਂ ਤੇ ਨਮਸਕਾਰ, ਉੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਵੀ ਨਮਸਕਾਰ, ਜੋ ਮਹਾਰਾਜ ਜੀਆਂ ਦੇ ਨਾਲ ਅਜਿਹੇ ਵਿਖੜੇ ਪੈਂਡਿਆਂ ਦੇ ਸਾਥੀ ਬਣੇ। ਜੇ ਕੋਈ ਨਾਲ 2-4 ਦਿਨ ਆਪਣੇ ਨਾਲ ਕੋਈ ਲੈ ਕੇ ਜਾਏ, ਇੱਕ ਦਿਨ ਸਾਥ ਘਰ ਦੇ ਵੀ ਜਵਾਬ ਦੇ ਦਿੰਦੇ ਨੇ ਵੀ ਤੇਰਾ ਤੇ ਕੰਮ ਹੀ ਰੋਜ਼ ਦਾ ਹੈ। ਤੇ ਭਾਈ ਮਰਦਾਨਾ ਸਾਹਿਬ ਜੀਆਂ ਨੇ 50-55 ਸਾਲ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਰਹੇ, ਪ੍ਰੇਮ ਸਹਿਤ ਰਹੇ। ਉਦੋਂ ਤੱਕ ਰਹੇ ਜਦੋਂ ਤੱਕ ਹਿਰਦੇ ਅੰਦਰ ਇਸ ਦੇਹੀ ਵਿੱਚ ਮੜੋਲੀ ਵਿੱਚ ਸਵਾਸ ਪਏ ਚੱਲਦੇ ਸਨ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀਂ ਭਾਈ ਮਰਦਾਨਾ ਸਾਹਿਬ ਜੀਆਂ ਨੂੰ ਇਸ ਜਹਾਨੋਂ ਰੁਖਸਤ ਕੀਤਾ। ਜਦੋਂ ਤੱਕ ਇਸ ਸਰੀਰ ਵਿੱਚ ਪ੍ਰਾਣ ਸਨ, ਨਾਲ ਮਹਾਰਾਜ ਜੀਆਂ ਦੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਰਹੇ। ਮਹਾਰਾਜ ਤੁਸੀਂ ਹੁਕਮ ਕਰੋ, ਕੋਈ ਇਹ ਪੈਂਡਾ ਕੋਈ ਦੂਰ ਨਹੀਂ। ਸ਼੍ਰੀ ਕਰਤਾਰ ਧਰਾ ਅਵਤਾਰ। ਪਾਤਸ਼ਾਹ ਆਪ ਜੀਆਂ ਨੇ ਅਵਤਾਰ ਧਾਰਿਆ ਹੈ। ਉਦਾਹਰਨ ਕੋ ਕਲ ਕੇ ਨਾਰ ਜੋ। ਆ ਜਿਹੜੇ ਕਲਯੁਗੀ ਜੀਵ ਹਨ ਉਹਨਾਂ ਦੇ ਮਹਾਰਾਜ ਜੀਓ ਉਧਾਰ ਵਾਸਤੇ ਆਪ ਜੀਆਂ ਨੇ ਇਹ ਦੇਹੀ ਅਵਤਾਰ ਧਾਰਿਆ ਹੈ। ਦੋਹਰਾ ਮਰਦਾਨੇ ਤੇਰੋ ਕਹਿਓ ਹਮ ਨਹਿ ਦੇਤ ਹਟਾਏ। ਭਾਈ ਮਰਦਾਨਾ ਜੀ ਤੇਰਾ ਕਿਹਾ ਸੀ ਕਦੀ ਮੋੜਦੇ ਹਾਂ, ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮਰਦਾਨੇ ਤੇਰੋ ਕਹਿਓ ਹਮ ਨਹਿ ਦੇਤ ਹਟਾਏ। ਭਾਈ ਮਰਦਾਨਾ ਜੀ ਤੇਰਾ ਕਿਹਾ ਸੀ ਕਦੀ ਮੋੜਦੇ ਹੀ ਨਹੀਂ। ਮੇਰੀ ਬਾਂਧੀ ਭਗਤ ਛਡਾਵੈ, ਬਾਂਧੇ ਭਗਤ ਨਾ ਛੂਟੈ ਮੋਹੇ। ਮਹਾਰਾਜ ਕਹਿੰਦੇ ਜੇ ਸਾਡੀ ਬੰਨੀ ਨੂੰ ਤਾਂ ਭਗਤ ਛਡਾ ਦੇਣਗੇ, ਜਿੱਦਣ ਭਗਤਾਂ ਨੇ ਬੰਨ ਲਈ ਉਹਨਾਂ ਦੀ ਬੱਧੀ ਸਾਥੋਂ ਵੀ ਨਹੀਂ ਛੁੱਟਦੀ। ਮਹਾਰਾਜ ਜੀਆਂ ਦੀ ਬਾਣੀ, ਜਿਨ੍ਹਾਂ ਨੇ ਪ੍ਰੇਮ ਸਹਿਤ ਰੱਬ ਵਸ ਭਗਤਾਂ ਨੇ ਕੀਤਾ,
ਪ੍ਰੇਮ ਦੀਆਂ ਪਾ ਕੇ ਡੋਰੀਆਂ। ਜਿਨ੍ਹਾਂ ਨੇ ਪ੍ਰੇਮਾ ਸਹਿਤ ਮਾਲਿਕ ਜੀਆਂ ਨੂੰ ਪ੍ਰੇਮ ਦੇ ਨਾਲ ਜਿਨ੍ਹਾਂ ਨੇ ਰਜਾਇਆ ਹੈ, ਜਿਨ੍ਹਾਂ ਦਾਵਾ ਨਹੀਂ ਕੀਤਾ ਵੀ ਅਸੀਂ ਇੰਨੀ ਦਿਨ ਸੇਵਾ ਕਰ ਲਈ ਭਾਈ, 40 ਦਿਨ 42 ਦਿਨ ਭਾਈ, ਜਿਨ੍ਹਾਂ ਨੇ ਪ੍ਰੇਮ ਸਹਿਤ ਮਾਲਿਕ ਜੀ ਨੂੰ ਰਜਾਇਆ, ਇਹ ਉਹਨਾਂ ਦੀ ਵਾਰਤਾ ਹੈ। ਮਰਦਾਨੇ ਤੇਰੋ ਕਹਿਓ ਹਮ ਨਹਿ ਦੇ ਤੋ ਹਟਾਏ। ਭਾਈ ਮਰਦਾਨਾ ਜੀ ਤੇਰਾ ਕਿਆ ਹੋਇਆ ਸੀ ਨਹੀਂ ਹਟਾਉਂਦੇ। ਨਾਮ ਮਦੀਨਾ ਜਾਹੇ ਕੋ ਚਲ ਤੁਝ ਦੇਹ ਦਿਖਾਏ। ਚਲੋ ਜਿਹਦਾ ਨਾਮ ਮਦੀਨਾ ਹੈ, ਇੱਥੋਂ ਚਲੋ ਅਸੀਂ ਤੁਹਾਨੂੰ ਉਹ ਵੀ ਜਾ ਵਿਖਾਉਂਦੇ ਹਾਂ। ਕਬਿਤ ਮੰਦ ਮੰਦ ਚਲੇ ਦਿਨ ਦਵਾਦਸ਼ ਮੈਂ ਗਏ ਤਹਿ। ਹੌਲੀ ਹੌਲੀ ਚੱਲਦਿਆਂ ਚੱਲਦਿਆਂ ਲਗਭਗ ਸਾਧ ਸੰਗਤ ਜੀਓ 12 ਕੁ ਦਿਨ ਮੱਕੇ ਤੋਂ ਲੱਗੇ ਸਤਿਗੁਰੂ ਜੀਆਂ ਨੂੰ ਪਹੁੰਚਦਿਆਂ। ਬੈਸ ਗਏ ਨਿਕਟ ਥਾਨ ਜਾਏ ਸੁਖ ਦਾਨੀਆਂ। ਸੁਖ ਦੇਣ ਵਾਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਸੰਗੀ ਦੇ ਨਾਲ ਉੱਥੇ ਜਾ ਕੇ ਬੈਠ ਗਏ। ਜਾਨੀਏ ਮਦੀਨਾ ਮਰਦਾਨੇ ਅਬ ਦੇਖ ਆਓ। ਜਾਓ ਭਾਈ ਮਰਦਾਨਾ ਜੀ ਜਾਓ, ਹੁਣ ਤੁਸੀਂ ਇਹ ਜੋ ਮਦੀਨਾ ਨਗਰ ਹੈ ਜਾਂ ਇਹ ਥਾਂ ਜਿਹੜੀ ਤੁਸੀਂ ਗੌਰ ਵੇਖਣੀ ਚਾਹੁੰਦੇ ਹੋ, ਕਬਰ ਵੇਖਣੀ ਚਾਹੁੰਦੇ ਹੋ, ਜਾਓ ਜਾ ਕੇ ਤੁਸੀਂ ਵੇਖ ਆਓ। ਦੇਖ ਬੇ ਕੀ ਚਾਹੇ ਜਾਂ ਕੋ ਰਿਦਾ ਲਲਚਾਨੀਆਂ। ਉਹ ਤੁਹਾਡਾ ਰਿਦਾ ਚਿੱਤ ਕਰਦਾ ਸੀ ਤੁਹਾਡਾ ਦਰਸ਼ਨਾਂ ਨੂੰ ਇਸ ਥਾਂ ਤੇ ਆਣ ਕਰਕੇ, ਤੁਹਾਡੇ ਹਿਰਦੇ ਅੰਦਰ ਲਾਲਸਾ ਸੀ ਮੈਂ ਇੱਥੇ ਆਵਾਂ ਵੇਖਾਂ ਸਾਰਾ ਕੁਝ। ਤੁਹਾਡੇ ਹਿਰਦੇ ਅੰਦਰ ਇਹ ਇੱਛਾ ਸੀ, ਲਲਚਾਨੀਆਂ ਕਹੀਏ, ਤੁਹਾਡੇ ਹਿਰਦੇ ਦਾ ਇਹ ਮਨੋਰਥ ਸੀ। ਜਾਓ ਤੁਸੀਂ ਉਸ ਥਾਂ ਤੇ। ਦੇਹਗੇ ਹਟਾਏ ਕੈਸੇ ਦੇਖੋ ਥਾਨ ਜਾਏ ਪ੍ਰਭੂ। ਪਾਤਸ਼ਾਹ ਮੈਂ ਕੱਲਾ ਕਿਵੇਂ ਜਾਵਾਂ, ਮੈਨੂੰ ਜਾਣ ਹੀ ਨਹੀਂ ਦੇਣਾ ਇਹਨਾਂ। ਮਹਾਰਾਜ ਇਹਨਾਂ ਨੇ ਮੈਨੂੰ ਇੱਥੇ ਜਾਣ ਹੀ ਨਹੀਂ ਦੇਣਾ, ਮੈਂ ਕੱਲਾ ਕਿਵੇਂ ਜਾਵਾਂ। ਸੁਨ ਮੁਸਕਾਨੇ ਮੁਖ ਬਚਨ ਬਖਾਨੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇੰਨੇ ਬਚਨ ਸੁਣ ਕੇ ਪਾਤਸ਼ਾਹ ਜੀ ਮੁਸਕਰਾ ਪਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਉਹਨਾਂ ਨੇ ਕਿਹਾ, ਜਿਵੇਂ ਪਹਿਲਾਂ ਰੋਕ ਲਿਆ ਸੀ ਮੱਕੇ ਪੌੜੀਆਂ ਚੜ੍ਹਨ ਤੋਂ, ਪਾਤਸ਼ਾਹ ਮੈਂ ਕਿਵੇਂ ਜਾਵਾਂ, ਇਹਨਾਂ ਮੈਨੂੰ ਜਾਣ ਨਹੀਂ ਦੇਣਾ, ਇਹਨਾਂ ਨੇ ਅਗਾ ਮੈਨੂੰ ਪੈਰ ਨਹੀਂ ਪੁੱਟਣ ਦੇਣਾ। ਨੈਣ ਇਹਾਂ ਬਾਂਧੈ ਨਹੀਂ ਤੁਰ ਕਾ ਸਰੂਪ ਤੇਰੋ। ਮਹਾਰਾਜ ਕਹਿੰਦੇ ਤੇਰਾ ਸਰੂਪ ਵੀ ਉਸੇ ਤਰ੍ਹਾਂ ਹੈ, ਤੁਰਕ ਸਰੂਪ ਤੇਰੋ। ਤੇਰੀਆਂ ਅੱਖਾਂ ਪੱਟੀ ਨਹੀਂ ਬੰਨਣਗੇ, ਉੱਥੇ ਪੱਟੀ ਬੰਨਦੇ ਸਨ ਅੱਖਾਂ ਦੇ ਉੱਪਰ, ਇੱਥੇ ਕਿਸੇ ਨਹੀਂ ਪੱਟੀ ਬੰਨਣੀ। ਉਥੋਂ ਦਾ ਪਹਿਲਾ ਜਿਹੜਾ ਰੀਤੀ ਰਿਵਾਜ ਸੀ, ਅੱਖਾਂ ਦੇ ਉੱਪਰ ਪੱਟੀ ਬੰਨ ਕੇ ਪਹਿਲਾਂ ਲੈ ਕੇ ਜਾਂਦੇ ਸਨ। ਮਹਾਰਾਜ ਕਹਿੰਦੇ ਇੱਥੇ ਕਿਸੇ ਨੇ ਨਹੀਂ ਪੱਟੀ ਬੰਨਣੀ, ਇੱਥੇ ਤੈਨੂੰ ਕੋਈ ਵੀ ਕਿਸੇ ਨੇ ਰੋਕ ਨਹੀਂ ਲਾਉਣੀ। ਮਰਦਾਨਾ ਜੀ ਤੁਸੀਂ ਜਾਓ। ਤੇ ਵੱਡੀ ਗੱਲ ਤੁਰਕ ਸਰੂਪ ਤੇਰੋ, ਜੋ ਪਹਿਰਾਵਾ ਹੈ ਇਹ ਵੀ ਆਪਣਾ ਇਹਨਾਂ ਵਰਗਾ ਭਾਵ ਮੁਸਲਮਾਨਾਂ ਵਰਗਾ, ਤੁਰਕਾਂ ਵਰਗਾ ਹੀ ਤਾਂ ਹੈ। ਪਰ ਜਨ ਕੋ ਬਿਨ ਸ਼ੰਕ ਹੋਇ ਪਿਆਨੀਆਂ। ਤੁਸੀਂ ਜਾਓ ਨਿਸ਼ੰਕ ਹੋ ਕੇ ਜਾਓ, ਨਿਸ਼ੰਕ ਹੋ ਕੇ ਤੁਸੀਂ ਪਿਆਨਾ ਕਰੋ। ਕਬਿਤ ਤੁਰਕ ਇਜੇ ਭਾਠ ਪਏ ਹੋ ਨਾ ਸਾਥੀ ਤਿਨ। ਬਾਦਸ਼ਾਹ ਜਿਹੇ ਤੁਰਕ ਭੱਠ ਪੈਣ, ਮੈਂ ਨਹੀਂ ਇਹਨਾਂ ਦਾ ਸਾਥੀ। ਤੁਸੀਂ ਮੈਨੂੰ ਕਹਿੰਦੇ ਹੋ ਵੀ ਇਹ ਤੇਰੇ ਸਾਥੀ, ਮੈਂ ਨਹੀਂ ਇਹਨਾਂ ਦਾ ਸਾਥੀ। ਇੰਨਾ ਪੱਖਵਾਦ ਕਰਨ ਵਾਲੇ ਪਾਤਸ਼ਾਹ, ਤੁਹਾਡੇ ਨਾਲ ਵੈਰ ਵਿਰੋਧ ਈਰਖਾ ਕਰਨ ਵਾਲੇ, ਇਹ ਮੇਰੇ ਸਾਥੀ ਨਹੀਂ ਹਨ, ਮੈਂ ਨਹੀਂ ਇਹਨਾਂ ਦਾ ਸਾਥੀ ਬਣਦਾ। ਅਜਿਹੇ ਜਿਹੜੇ ਤੁਰਕ ਹਨ ਇਹ ਭੱਠ ਪੈਣ, ਮੈਂ ਇਹਨਾਂ ਦਾ ਸਾਥੀ ਨਹੀਂ, ਮੈਂ ਅਜਿਹਾ ਤੁਰਕ ਨਹੀਂ ਹਾਂ। ਤੁਮਰੇ ਚਰਨ ਕੀ ਸ਼ਰਨ ਗਹਿ ਲੀਨੀ ਹੈ। ਪਾਤਸ਼ਾਹ ਮੈਂ ਤੇ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਲਈ ਹੈ, ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਪਾਤਸ਼ਾਹ ਮੈਂ ਤਾਂ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਗਈ ਹੈ। ਪਾਤਸ਼ਾਹ ਮੈਂ ਹੁਣ ਕਿਸੇ ਵੀ ਭੇਖ ਆਦ ਦੇ ਅੰਦਰ ਨਹੀਂ। ਮਹਾਰਾਜ ਮੈਂ ਤਾਂ ਆਪ ਜੀਆਂ ਦੇ ਚਰਨਾਂ ਦਾ ਉਪਾਸ਼ਕ ਹਾਂ। ਪਾਤਸ਼ਾਹ ਮੈਂ ਤਾਂ ਆਪ ਜੀਆਂ ਦੇ ਚਰਨਾਂ ਦਾ ਭੋਰਾ ਹਾਂ। ਤੇ ਸਤਿਗੁਰੂ ਜੀਆਂ ਨੇ ਵੀ ਫਿਰ ਵੇਖੋ, ਕੋਈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜਿਹੜੇ ਸੰਗੀ ਸਾਥੀ, ਮਹਾਰਾਜ ਜੀਆਂ ਨੂੰ ਪੂਜਣ ਵਾਲੇ ਰਾਜੇ ਸ਼ਿਵਨਾਭ ਵਰਗੇ, ਜਿਨ੍ਹਾਂ ਦੇ ਵੱਡੇ ਵੱਡੇ ਸਮੁੰਦਰੀ ਜਹਾਜ਼ ਉਹਨਾਂ ਦਿਨਾਂ ਵਿੱਚ ਚੱਲਦੇ ਨੇ, ਵੱਡੀਆਂ ਵੱਡੀਆਂ ਥਾਵਾਂ ਤੇ ਵਪਾਰ ਹੈ। ਕਿਤੇ ਪਾਤਸ਼ਾਹ ਜੀਆਂ ਨੇ ਉਹਨਾਂ ਦਾ ਨਾਮ ਬਾਣੀ ਵਿੱਚ ਤਾਂ ਅੰਕਿਤ ਨਹੀਂ ਕੀਤਾ, ਆਪਣੇ ਸੰਗੀ ਸਾਥੀ ਭਾਈ ਮਰਦਾਨੇ ਨੂੰ ਮਹਾਰਾਜ ਜੀਆਂ ਨੇ ਬਾਣੀ ਵਿੱਚ ਵੀ ਨਾਲ ਰੱਖ ਲਿਆ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਅਜਿਹਾ ਪ੍ਰੇਮ ਕਰਨ ਵਾਲੇ ਜੇ ਉਹ ਕਹਿ ਰਹੇ ਨੇ ਮਹਾਰਾਜ ਮੈਂ ਇਹਨਾਂ ਤੁਰਕਾਂ ਦਾ ਸਾਥੀ ਨਹੀਂ, ਪਾਤਸ਼ਾਹ ਮੈਂ ਤੇ ਆਪ ਜੀਆਂ ਦਾ ਚਰਨਾਂ ਦਾ ਦਾਸ ਹਾਂ। ਮਹਾਰਾਜ ਮੈਂ ਤੇ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਗਈ ਹੈ, ਆਪ ਜੀਆਂ ਦੇ ਚਰਨਾਂ ਦੀ ਪਕੜ, ਆਪ ਜੀਆਂ ਦੇ ਚਰਨਾਂ ਨੂੰ ਪਕੜਿਆ ਹੈ।
ਸ਼੍ਰੀ ਗੁਰੂ ਬਖਾਨੀ ਜੋ ਤਾਂ ਐਸੋ ਡਿਡ ਜਾਨੀ ਮਨ। ਮਹਾਰਾਜ ਕਹਿੰਦੇ ਫਿਰ ਮੈਨੂੰ ਇੱਕ ਗੱਲ ਦੱਸ, ਤੂੰ ਇੰਨੀ ਜਿੱਦ ਕਿਉਂ ਕੀਤੀ ਇੱਥੇ ਆਉਣ ਦੀ? ਜੇ ਐਸੀ ਗੱਲ ਨਹੀਂ ਫਿਰ ਤੂੰ ਇੰਨੀ ਜਿੱਦ ਕਿਉਂ ਕੀਤੀ? ਮੱਕੇ ਕੋ ਪਿਖਨ ਚਾਹੇ ਏਤੀ ਕੈਸੇ ਕੀਨੀ ਹੈ। ਇੰਨੀ ਤੁਸੀਂ ਫਿਰ ਮੱਕੇ ਵੇਖਣ ਦੀ, ਇੱਥੇ ਆਉਣ ਦੀ ਤੁਹਾਡੇ ਹਿਰਦੇ ਅੰਦਰ ਇੰਨੀ ਲਾਲਸਾ ਕਿਉਂ ਸੀ? ਪੂਜਨ ਨਾ ਆਇਓ ਹੈ ਤੇ ਦੇਖਣ ਕੋ ਕਾਜ ਮੇਰੋ। ਹੁਣ ਉਹਨਾਂ ਨੇ ਦੱਸਵੇਂ ਦਿੱਤਾ, ਮਹਾਰਾਜ ਮੈਂ ਪੂਜਣ ਥੋੜਾ ਆਇਆ ਹਾਂ। ਮਹਾਰਾਜ ਪੂਜ ਤਾਂ ਮੈਂ ਆਪ ਜੀਆਂ ਦੇ ਚਰਨਾਂ ਨੂੰ ਉੱਥੇ ਹੀ ਲਿਆ ਸੀ, ਮਹਾਰਾਜ ਮੈਂ ਪੂਜਣ ਨਹੀਂ ਆਇਆ। ਪੂਜ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਮੇਰੇ ਲਈ ਤਾਂ ਮੱਕਾ ਮਦੀਨਾ ਆਪ ਜੀ ਦੇ ਚਰਨ ਹੀ ਹਨ। ਮਹਾਰਾਜ ਪੂਜ ਤਾਂ ਮੈਂ ਆਪ ਜੀਆਂ ਦੇ ਚਰਨਾਂ ਨੂੰ ਉੱਥੇ ਹੀ ਲਿਆ ਪਾਤਸ਼ਾਹ ਜੀ। ਮਹਾਰਾਜ ਕਹਿੰਦੇ ਫਿਰ ਆਏ ਕਿਉਂ? ਤੇ ਭਾਈ ਮਰਦਾਨਾ ਜੀ ਦੱਸਦੇ ਹਨ, ਤੁਰ ਕਾ ਤਾਰੀਫ ਕਰੈ ਜਾਨੀ ਮਤ ਹੀਨੀ ਹੈ। ਮਹਾਰਾਜ ਮੈਂ ਪੂਜਨ ਨਹੀਂ ਆਇਆ ਪਾਤਸ਼ਾਹ, ਮੈਂ ਤਾਂ ਵੇਖਣ ਆਇਆ ਸਾਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਮੈਂ ਤਾਂ ਵੇਖਣ ਆਇਆ ਸਾਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਜਦੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਤੀਸਰੇ ਪਾਤਸ਼ਾਹ ਜੀਆਂ ਦੀ ਯਾਤਰਾ ਬਾਬਤ ਲਿਖਿਆ ਨਾ, ਪ੍ਰਥਮ ਮਏ ਕੁਲਖੇਤ ਤੁਖਾਰੀ ਰਾਗ ਦੇ ਅੰਦਰ, ਤੇ ਬਾਣੀ ਵਿੱਚ ਮਹਾਰਾਜ ਜੀਆਂ ਦੇ ਬਾਬਤ ਜਦੋਂ ਲਿਖਿਆ, ਕਈਆਂ ਨੇ ਕਿਹਾ ਵੀ ਪਾਤਸ਼ਾਹ ਜੀ ਇਹਨਾਂ ਥਾਵਾਂ ਦੀ ਯਾਤਰਾ ਕਿਉਂ ਕਰਦੇ ਹਨ? ਮਹਾਰਾਜ ਜੀਆਂ ਨੂੰ ਗੰਗਾ ਜਾਣ ਦੀ ਕੀ ਲੋੜ ਪੈ ਗਈ? ਪਾਤਸ਼ਾਹ ਜੀ ਨੂੰ ਕੁਰੂਕਸ਼ੇਤਰ ਜਾਣ ਦੀ, ਕੁਲਖੇਤਰ ਜਾਣ ਦੀ ਲੋੜ ਕੀ ਪੈ ਗਈ? ਤੇ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਉੱਤਰ ਵੀ ਦਿੰਦੇ ਨੇ, ਕਹਿੰਦੇ ਉਥੋਂ ਆਵਾਜ਼ ਆਈ, ਉਹਨਾਂ ਨਦੀਆਂ ਦੇ ਵਿੱਚੋਂ ਆਵਾਜ਼ ਆਈ ਕਿ ਸਾਡੇ ਅੰਦਰ ਲੋਕਾਂ ਦੇ ਪਾਪ ਧੋ ਧੋ ਕੇ ਭਾਰੀਆਂ ਹੋ ਗਈਆਂ, ਧੰਨ ਗੁਰੂ ਅਮਰਦਾਸ ਆਪਣੇ ਚਰਨਾਂ ਨਾਲ ਕਿਤੇ ਪਵਿੱਤਰ ਹੀ ਕਰ ਜਾਓ। ਪਾਤਸ਼ਾਹ ਉਹਨਾਂ ਥਾਵਾਂ ਨੂੰ ਪਵਿੱਤਰ ਕਰਨ ਗਏ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਪੂਜਨ ਨਹੀਂ ਆਇਆ, ਮੈਂ ਤਾਂ ਵੇਖਣ ਆਇਆ ਹਾਂ। ਜੋ ਨਗਰ ਦੇ ਅੰਦਰ, ਘਰਾਂ ਦੇ ਅੰਦਰ, ਆਂਢ ਗੁਆਂਢ ਦੇ ਵਿੱਚ ਜਿਹੜੇ ਤੁਰਕ ਬੜੀ ਉਸਤਤ ਕਰਦੇ ਸਨ, ਮੈਂ ਕਿਹਾ ਚਲੋ ਹੁਣ ਜੋ ਕਹਿੰਦੇ ਨੇ ਪਹਿਲਾਂ ਮੈਂ ਅੱਖੀਂ ਵੇਖ ਆਵਾਂ। ਐਸੇ ਕਹਿ ਗਇਓ ਜਾਏ ਦੇਖਤ ਸੋ ਭਇਓ ਗੋਰ। ਪਾਤਸ਼ਾਹ ਜੀ ਦੇ ਨਾਲ ਅਜਿਹੇ ਬਚਨ ਕਰਦਿਆਂ ਭਾਈ ਮਰਦਾਨਾ ਸਾਹਿਬ ਜੀ ਗੱਲਾਂ ਬਾਤਾਂ ਕਰਦਿਆਂ ਉਹ ਅਗਾਂਹ ਹੋ ਕੇ ਕਬਰ ਵੇਖਣ ਗਏ। ਕੂਰ ਕਰੈ ਉਸਤਤ ਹਿਰਦੇ ਮਾਹੇ ਚੀਨੀ ਹੈ। ਪਾਤਸ਼ਾਹ ਮੈਂ ਤੇ ਵੇਖ ਲਿਆ ਝੂਠੀ ਹੀ ਉਸਤਤ ਕਰਦੇ ਰਹੇ ਹਨ। ਦੋਹਰਾ ਬਹਰੋ ਸ੍ਰੀ ਗੁਰੂ ਆਪ ਉਠ ਪਹਿਰੇ ਪੈਰ ਖਰਾਮ। ਪਾਤਸ਼ਾਹ ਜੀਆਂ ਨੇ ਪੈਰੀਂ ਖੜਾਵਾਂ ਪਾ ਲਈਆਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੇ, ਕਿਉਂਕਿ ਜਿਹੜਾ ਲਿਬਾਸ ਹੈ ਨਾ, ਜਦੋਂ ਹਾਜੀ ਲੋਕ ਹੱਜ ਕਰਨ ਵਾਸਤੇ ਜਾਂਦੇ ਨੇ, ਜਿਹੜੇ ਇਹਨਾਂ ਦੇ ਆਪਣੇ ਪੈਰਾਂ ਦੇ ਵਿੱਚ ਹੋਰ ਬੂਟ ਜਾਂ ਹੋਰ ਵੀ ਕੁਝ ਹੁੰਦਾ ਉਤਾਰ ਕੇ ਪੈਰੀਂ ਖੜਾਵਾਂ ਪਾਉਂਦੇ ਨੇ। ਵਿਸ਼ੇਸ਼ ਤਰ੍ਹਾਂ ਦੀ ਇਹਨਾਂ ਦੇ ਪੈਰਾਂ ਵਿੱਚ ਖੜਾ ਪਾਉਣ ਵਾਸਤੇ ਬਣਾਈ ਜਾਂਦੀ ਹੈ। ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਅੰਦਰ ਜਿਹੜੀ ਖੜਾਂ ਸੀ, ਮਹਾਰਾਜ ਜੀਆਂ ਨੇ ਖੜਾਵਾਂ ਪਾਈਆਂ। ਮਹਾਰਾਜ ਜੀ ਵੀ ਅਗਾਂਹ ਨੂੰ ਉੱਠ ਕੇ ਹੋਏ। ਚਾਰ ਦੀਵਾਲੀ ਅੰਤਰੇ ਗਏ ਗੋਰ ਜਿਹੇ ਥਾਂ। ਜਿਹੜੀ ਥਾਂ ਤੇ ਕਬਰ ਸੀ ਪਾਤਸ਼ਾਹ ਉੱਥੇ ਪਹੁੰਚੇ। ਹੁਤੇ ਮੁਲਾਨੇ ਬਹੁ ਜਹਾਂ ਬੈਸੇ ਕਰਹੀ ਸੇਵ। ਜਿਹੜੇ ਉਸ ਥਾਂ ਤੇ ਬੜੇ ਹੋਰ ਨਾਲ ਮੁਲਾਣੇ ਸਨ। ਸ਼੍ਰੀ ਨਾਨਕ ਕੋ ਦੇਖ ਕਰ ਬੋਲੇ ਲਖਿਓ ਨਾ ਭੇਵ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਵੇਖ ਕਰਕੇ ਮਹਾਰਾਜ ਜੀਆਂ ਦੇ, ਕਿਉਂਕਿ ਜਾਣਦੇ ਤਾਂ ਹੈ ਨਹੀਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਵੇਖ ਨੂੰ ਜਾਣਦਿਆਂ ਕੋ ਹੈ ਪੈਰ ਖਰਾਮ ਤੂੰ ਪਹਿਰ ਸਮੀਪ ਆਏ। ਉਹਦਾ ਪਾਤਸ਼ਾਹ ਜੀਆਂ ਨੂੰ ਦੂਰੋਂ ਰੋਕ ਕੇ ਲੱਗੇ ਕਹਿਣ, ਕਿਹੜਾ ਹੈ ਤੂੰ, ਬਸ ਤੂੰ ਉੱਥੇ ਹੀ ਖਲੋ ਜਾ। ਮਤ ਤੇਰੀ ਅਣਜਾਣ ਹੈ ਜ਼ਾਰਤ ਰੀਤ ਨ ਪਾਏ। ਤੇਰੀ ਮਤ ਅਣਜਾਣ ਹੈ, ਤੈਨੂੰ ਜ਼ਿਆਰਤ ਕਰਨ ਦਾ ਪਤਾ ਨਹੀਂ, ਤੈਨੂੰ ਯਾਤਰਾ ਕਰਨ ਦਾ ਪਤਾ ਨਹੀਂ। ਤੁਸੀਂ ਇਸ ਕਬਰ ਦੇ ਕੋਲ ਪੈਰੀਂ ਖੜਾਵਾਂ ਪਾ ਕੇ ਹੀ ਆ ਗਏ ਹੋ, ਤੁਹਾਡੀ ਮਤ ਅਣਜਾਣ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਵਿਧ ਬਣਾਉਂਦੇ ਨੇ, ਕੋਈ ਮੇਰੇ ਨਾਲ ਗੱਲ ਕਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਵਿਧੀ ਬਣਾਉਂਦੇ ਨੇ, ਕੋਈ ਆਏ ਕੋਈ ਬਚਨ ਬਲਾਸ ਪ੍ਰਾਰੰਭ ਕਰੀਏ, ਇਹਨਾਂ ਮੂੜ ਮਤੀਆਂ ਨੂੰ ਕੋਈ ਨਾ ਕੋਈ ਮਤ ਦਈਏ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿਸੇ ਦਾ ਕੋਈ ਤਿਰਸਕਾਰ ਨਹੀਂ ਕਰ ਰਹੇ। ਕੋਈ ਕਹਿ ਦਵੇ ਵੀ ਪਾਤਸ਼ਾਹ ਫਿਰ ਖੜਾ ਪਾ ਕੇ ਫਿਰ ਉਹਨਾਂ ਦੇ ਪਾਕ ਪਵਿੱਤਰ ਸਥਾਨ ਤੇ ਕਿਉਂ ਨਹੀਂ? ਭਾਈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ
ਹਿਰਦੇ ਤੋਂ, ਕਿਉਂਕਿ ਪਾਵਨ ਪਵਿੱਤਰ ਬਾਣੀ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਤਨੇ ਸਤਿਕਾਰ ਦੇ ਨਾਲ ਉਹਨਾਂ ਪਾਵਨ ਪਵਿੱਤਰ ਸ਼ਬਦਾਂ ਨੂੰ ਬਾਣੀ ਵਿੱਚ ਲਿਆ। ਮਹਾਰਾਜ ਜੀ ਤਾਂ ਕੋਈ ਨਾ ਕੋਈ ਵਿਧ ਬਣਾਉਂਦੇ ਨੇ ਵੀ ਇਹਨਾਂ ਨਾਲ ਗੁਫ਼ਤਗੂ, ਕੋਈ ਨਾ ਕੋਈ ਵਿਚਾਰ ਇਹਨਾਂ ਮੁਲਾਣਿਆਂ ਸੰਗ ਹੋਵੇ। ਅਦਬ ਮੁਹੰਮਦ ਕੋ ਨ ਕੀਆ ਇਹੋ ਰਸੂਲ ਮੁਕਾਮ। ਇਹ ਰਸੂਲ ਦਾ ਮੁਕਾਮ ਹੈ। ਤੁਸਾਂ ਨੇ ਮੁਹੰਮਦ ਸਾਹਿਬ ਦਾ ਅਦਬ ਨਹੀਂ ਕੀਤਾ, ਤੁਸਾਂ ਮੁਹੰਮਦ ਸਾਹਿਬ ਦਾ ਸਤਿਕਾਰ ਨਹੀਂ ਕੀਤਾ। ਇਹ ਮੁਕਾਮ ਕਹੀਏ ਪੱਕਾ ਟਿਕਾਣਾ ਹੈ ਮੁਹੰਮਦ ਸਾਹਿਬ ਜੀ ਦਾ। ਪਾਛੇ ਹਟ ਜਾਈਐ ਅਬੈ ਸੁਨ ਬੋਲੇ ਗੁਣ ਧਾਮ। ਗੋਦਮ ਲੱਗੇ ਕਹਿਣ ਰੁਕ ਜਾਓ, ਇੱਥੇ ਅਗਾ ਨਾ ਵਧਿਓ, ਤੁਸੀਂ ਇੱਥੇ ਹੀ ਰੁਕ ਜਾਓ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਇੰਨੇ ਬੋਲ ਕਹੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵਜਦ ਵਿੱਚ ਆਣ ਕੇ ਭਾਈ ਮਰਦਾਨਾ ਜੀ ਨਾਲ ਨੇ ਰਬਾਬ ਦੀਆਂ ਤਾਰਾਂ ਛੇੜੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਬਦ ਉਚਾਰਦੇ ਹਨ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਰਾਗ ਸ਼੍ਰੀ ਰਾਗ ਦੇ ਅੰਦਰ ਘਰ ਦੂਸਰੇ ਸੁਰ ਤਾਲ ਵਿੱਚ ਮਹਾਰਾਜ ਜੀਆਂ ਨੇ ਸ਼ਬਦ ਗਾਇਆ। ਮੁਕਾਮ ਕਰ ਘਰ ਬੈਸਣਾ ਨਿਤ ਚੱਲਣਾ ਕੀ ਧੋਖ। ਜਦੋਂ ਉਹਨਾਂ ਕਿਹਾ ਇਹ ਮੁਹੰਮਦ ਸਾਹਿਬ ਦਾ ਮੁਕਾਮ ਇਹ ਹੈ, ਸਤਿਗੁਰੂ ਮਹਾਰਾਜ ਫਿਰ ਦੁਨੀਆ ਦਾ ਜਿਹੜੇ ਛੌੜ ਸਨ, ਭਰਮ ਸਨ, ਮਹਾਰਾਜ ਜੀ ਹੁਣ ਉਹ ਕੱਟਣ ਲੱਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਬਦ ਪ੍ਰਾਰੰਭ ਕੀਤਾ, ਮੁਕਾਮ ਕਰ ਘਰ ਬੈਸਣਾ। ਕਹਿੰਦੇ ਹਿਰਦੇ ਅੰਦਰ ਪੱਕਾ ਟਿਕਾਣਾ ਜਾਣ ਕੇ ਵੀ ਅਸਾਂ ਦੁਨੀਆ ਤੇ ਰਹਿਣਾ ਹੈ। ਘਰ ਬੈਸਣਾ ਜਿਹੜੇ ਆ ਦੁਨਿਆਵੀ ਘਰ ਬਣਾਏ ਨੇ ਵਿੱਚ ਰਹਿਣਾ, ਪਰ ਕੀ ਇਹਨਾਂ ਥਾਵਾਂ ਤੇ ਰਹਿ ਕੇ ਨਿਤ ਚੱਲਣੇ ਕੀ ਧੋਖ। ਕੀ ਹਿਰਦੇ ਅੰਦਰ ਨਿਤਾ ਪ੍ਰਤ ਜਾਣ ਦਾ ਡਰ ਨਹੀਂ ਬਣਿਆ ਰਹਿੰਦਾ ਵੀ ਮੇਰੀ ਮੌਤ ਅੱਜ ਆਈ ਲੈ ਕੱਲ ਆਈ। ਤੁਸੀਂ ਕਹਿੰਦੇ ਹੋ ਸਾਡਾ ਸਦੀਵੀ ਪੱਕਾ ਟਿਕਾਣਾ ਦੁਨੀਆ। ਮਹਾਰਾਜ ਕਹਿੰਦੇ ਨਹੀਂ ਭਾਈ, ਇਹ ਟਿਕਾਣਾ ਪੱਕਾ ਟਿਕਾਣਾ ਨਹੀਂ ਹੈ। ਇਥੋਂ ਧੁਖ ਧੁਖੀ ਲੱਗੀ ਰਹਿੰਦੀ ਹੈ ਹਿਰਦੇ ਅੰਦਰ ਕਿ ਹੁਣ ਗਏ ਕਿ ਅੱਜ ਮੌਤ ਆਈ, ਕੱਲ ਨੂੰ ਮੌਤ ਆਈ, ਇਥੋਂ ਜਾਣਾ ਹੈ। ਮੁਕਾਮ ਤਾ ਪਰ ਜਾਣੀਐ ਜਾਣ ਹੈ ਨਿਹਚਲ ਲੋਕ। ਮਹਾਰਾਜ ਕਹਿੰਦੇ ਮੁਕਾਮ ਤਾਂ ਤੂੰ ਜਾਣ ਜੇ ਕਿਤੇ ਆ ਦੁਨੀਆ ਵੀ ਪੱਕੀ ਰਹਿਣੀ ਹੋਵੇ। ਜਿਹੜੀ ਦੁਨੀਆ ਦੇ ਉੱਪਰ ਘਰ ਨੇ, ਇਹ ਦੁਨੀਆ ਵੀ ਸਦੀਵੀ ਨਹੀਂ ਤੇ ਤੇਰੇ ਘਰ ਸਦੀਵੀ ਕਿਵੇਂ ਬਣਨਗੇ। ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰ ਮੂੰਡ ਬਲਾਏ। ਮੁਕਾਮ ਤਾਂ ਪਰ ਜਾਣੀਐ ਜਾਂ ਰਹੇ ਨਿਹਚਲ ਲੋਕ। ਜਦੋਂ ਲੋਕ ਹੀ ਨਿਹਚਲ ਨਹੀਂ, ਇਹ ਧਰਤੀ ਹੀ ਨਿਹਚਲ ਨਹੀਂ, ਇਹ ਵੀ ਇਥੋਂ ਵਿਨਾਸ਼ਮਾਨ ਹੈ, ਇਥੋਂ ਚੱਲਣਹਾਰ ਹੈ। ਦੁਨੀਆ ਕੈਸ ਮੁਕਾਮੇ। ਪਾਤਸ਼ਾਹ ਲੱਗੇ ਕਹਿਣ ਉਹ ਸੱਜਣਾ ਕੈਸਾ ਹੈ ਅੱਡਾ ਹੈ ਇਹ ਕੋਈ ਪੱਕਾ, ਇਹ ਕੋਈ ਸਦੀਵੀ ਨਹੀਂ। ਦੁਨੀਆ ਕੈਸ ਮੁਕਾਮੇ। ਮੁਕਾਮੇ ਕਹੀਏ, ਮੁਕਾਮ ਕਹਿੰਦੇ ਨੇ ਪੱਕੇ ਟਿਕਾਣੇ ਨੂੰ। ਕੋਈ ਕਹਿ ਦਵੇ ਵੀ ਮੇਰਾ ਅੱਡਾ ਹੈ, ਮੈਂ ਇੱਥੇ ਸਦੀਵੀ ਰਹਿਣਾ। ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਮੁਹੰਮਦ ਸਾਹਿਬ ਦੀ ਉਸ ਥਾਂ ਕਬਰ ਦੇ ਕੋਲ ਖਲੋ ਕੇ, ਕਿਉਂਕਿ ਜਦੋਂ ਉਹਨਾਂ ਨੇ ਕਾਜ਼ੀਆਂ ਮੁਲਾਣਿਆਂ ਨੇ ਸ਼ਬਦ ਵਰਤੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਉਹਨਾਂ ਬਾਬਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਸ਼ਬਦ ਪੇ ਉਚਾਰਨ ਕਰਦੇ ਹਨ। ਦੁਨੀਆ ਕੈਸ ਮੁਕਾਮੇ। ਹੈ ਭਾਈ ਇਹ ਕਿਹੜਾ ਹੈ? ਇਹ ਦੁਨੀਆ ਕੋਈ ਸਦੀਵੀ ਪੱਕਾ ਟਿਕਾਣਾ ਨਹੀਂ ਹੈ। ਕਰ ਸਿਦਕ ਕਰਨੀ ਖਰਚ ਬਾਦੋ ਲਾਗ ਰਹੋ ਨਾਮੇ। ਸਾਹਿਬ ਮਹਾਰਾਜ ਜੀ ਲੱਗੇ ਕਹਿਣ, ਹੈ ਭਾਈ ਸਿਦਕ ਦੇ ਨਾਲ ਕਰ, ਸਿਦਕ ਕਰਨੀ ਖਰਚ ਬਾਂਧੋ। ਚੰਗੇ ਗੁਣਾਂ ਨੂੰ ਆਪਣੇ ਸਫਰ ਪੱਲੇ ਨਾਲ ਤੂੰ ਬੰਨ ਲੈ। ਕਰ ਖਰਚ ਬਾਂਧੋ ਜਿਹੜਾ ਨਾਲ ਤੈਨੂੰ ਚਾਹੀਦਾ ਹੈ। ਲਾਗ ਰਹੋ ਨਾਮੇ, ਹਰੀ ਪਰਿਪੂਰਨ ਪਰਮਾਤਮਾ ਜੀ ਦੇ ਨਾਮ ਦੇ ਨਾਲ ਤੂੰ ਜੁੜਿਆ ਰਹੋ। ਰਹਾਓ ਜੋਗੀ ਤਾ ਆਸਣ ਕਰਬ ਹੈ, ਮੁੱਲਾ ਬਹਿ ਮੁਕਾਮ। ਜੋਗੀ ਆਪਣੇ ਸੰਸਾਰ ਦੇ ਅੰਦਰ, ਜੋਗੀ ਤਾਂ ਆਸਣ ਉਹ ਲੰਮਾ ਸਮਾਂ ਆਸਨਾਂ ਤੇ ਬੈਠ ਕੇ, ਮੁੱਲਾ ਆਪਣੇ ਟਿਕਾਣਿਆਂ ਤੇ ਬੈਠ ਕੇ। ਪੰਡਿਤ ਵਖਾਣ ਹੈ ਪੋਥੀਆ, ਸਿੱਧ ਬਹ ਹੈ ਦੇਵ ਸਥਾਨ। ਤੇ ਪੰਡਿਤ ਲੋਕ ਪੋਥੀਆਂ ਜੋ ਵਖਾਣਦੇ ਨੇ, ਤਥਾ ਜਿਹੜੇ ਸਿੱਧ ਲੋਕ ਦੇਵ ਸਥਾਨਾਂ ਤੇ ਬੈਠੇ ਹੋਏ,
ਇਹ ਵੀ ਆਪੋ ਆਪਣੀ ਆਰਬਲਾ ਭੋਗ ਕੇ ਸੰਸਾਰ ਤੋਂ ਕੂਚ ਕਰ ਗਏ। ਸੁਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ। ਕੀ ਸੁਰ ਕੀ ਸਿੱਧ ਕੀ ਗੰਧਰਵ ਰਾਗੀ, ਵੱਡੇ ਵੱਡੇ ਰਾਗੀ, ਪਰਮਾਤਮਾ ਦੇ ਦਰਗਾਹ ਦੇ ਅੰਦਰ ਗਾਉਣ ਵਾਲੇ ਗੰਧਰਵ ਰਾਗੀ, ਵੱਡੇ ਵੱਡੇ ਮੁਨ ਜਨ ਸੇਖ ਪੀਰ ਸਲਾਰ, ਵੱਡੇ ਵੱਡੇ ਸਰਦਾਰ। ਦਰ ਕੂਚ ਕੂਚਾ ਕਰ ਗਏ ਅਵਰੇ ਪੇ ਚੱਲਣ ਹਾਰ। ਦਰ ਕੂਚ ਕੂਚਾ ਕਰ ਗਏ, ਕਹਿੰਦੇ ਉਹ ਚਲੇ ਗਏ ਅਵਰੇ ਪੀ ਚੱਲਣ ਹਾਰ। ਸੰਗ ਚਲਤ ਹੈ ਹੰਪੀ ਚੱਲਣਾ, ਦੂਰ ਗਵਨ ਸਿਰ ਉਪਰ ਮਰਨਾ। ਉਹ ਨਾਲ ਦੇ ਚਲੇ ਗਏ ਸੱਜਣਾ, ਤੂੰ ਵੀ ਜਿਹੜੇ ਬਾਕੀ ਰਹਿ ਗਏ ਨੇ ਮਹਾਰਾਜ ਕਹਿੰਦੇ ਉਹ ਵੀ ਚੱਲਣ ਹਾਰ ਹਨ। ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ। ਸੁਲਤਾਨ ਵੱਡੇ ਵੱਡੇ ਜਿਹੜੇ ਬਾਦਸ਼ਾਹ ਸਨ, ਵੱਡੇ ਵੱਡੇ ਬਾਦਸ਼ਾਹ, ਉਹ ਵੀ ਆਪੋ ਆਪਣੀ ਵਾਰੀ ਦੇ ਨਾਲ ਸੰਸਾਰ ਤੋਂ ਕੂਚ ਕਰ ਗਏ। ਘੜੀ ਮੋਹਤ ਕੇ ਚੱਲਣਾ, ਦਿਲ ਸਮਝ ਤੂੰ ਪੇ ਪਹੂਚ। ਹੋਰ ਘੜੀ ਹੋਰ ਥੋੜੇ ਸਮੇਂ ਨੂੰ ਉਹ ਮੇਰਿਆ ਮਣਾ, ਦਿਲ ਸਮਝ ਤੂੰ ਵੀ ਪਹੁੰਚ। ਤੂੰ ਵੀ ਆਪਣੇ ਹਿਰਦੇ ਅੰਦਰ ਇੰਨੀ ਗੱਲ ਪੱਕੀ ਕਰ ਬਈ ਮੈਂ ਵੀ ਜਹਾਨੋਂ ਤੁਰਾਂਗਾ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਮਹਾਰਾਜ ਜੀ ਉੱਥੇ ਕਹਿ ਰਹੇ ਹਨ ਉਹਦੀ ਕਬਰ ਤੇ, ਕਿਉਂਕਿ ਉਹਨਾਂ ਨੇ ਕਿਹਾ ਇਹ ਮੁਹੰਮਦ ਸਾਹਿਬ ਰਸੂਲ ਉਹਨਾਂ ਦਾ ਮੁਕਾਮ ਹੈ ਦੁਨੀਆ ਇਸ ਥਾਂ ਤੇ ਮਹਾਰਾਜ ਦੱਸ ਰਹੇ ਨੇ ਤੁਸੀਂ ਕਿਹਨੂੰ ਮੁਕਾਮ ਬਣਾਈ ਬੈਠੇ ਹੋ, ਕਿਹੜਾ ਹੈ ਪੱਕਾ, ਕਿਹੜਾ ਹੈ ਸਦੀਵੀ। ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਸੇ ਸੰਦਰਭ ਵਿੱਚ ਸ਼ਬਦ ਗਾਇਨ ਕਰ ਰਹੇ ਹਨ। ਸਬਦਾਹ ਮਾਹੇ ਵਖਾਣੀ ਐ, ਵਿਰਲਾ ਤਾਂ ਬੂਝੈ ਕੋਏ। ਜ਼ਬਾਨੀ ਕਲਾਮੀ ਤਾਂ ਸਾਰੇ ਕਹਿੰਦੇ ਹਨ, ਕਥਾ ਵਿੱਚ ਆਪਾਂ ਵੀ ਕਹਿ ਰਹੇ ਹਾਂ, ਸੁਣ ਵੀ ਰਹੇ ਹਾਂ ਕੀ ਬਈ ਜਾਵਾਂਗੇ। ਵਿਰਲਾ ਬੂਝੈ ਕੋਏ, ਪਰ ਕੋਈ ਬੁੱਝਦਾ ਵਿਰਲਾ ਹੈ, ਕੋਈ ਜਾਣਦਾ ਵਿਰਲਾ ਹੈ। ਸ਼ਬਦਾ ਮੈਂ ਵਖਾਣੀਆਂ ਕਹਿੰਦੇ ਬਈ ਜ਼ਬਾਨੀ ਕਲਾਮੀ ਤਾਂ ਕਹਿ ਰਹੇ ਹਾਂ, ਸ਼ਬਦਾ ਮਾਹੇ ਵਖਾਣੀ ਐ, ਵਿਰਲਾ ਤਾਂ ਬੂਝੈ ਕੋਏ, ਪਰ ਬੁੱਝਦਾ ਕੋਈ ਵਿਰਲਾ ਹੈ ਕੀ ਬਈ ਜਾਵਾਂਗੇ। ਜਿੱਦਣ ਇਹ ਗੱਲ ਪੱਕੀ ਹੋ ਗਈ ਵੀ ਮਰਾਂਗੇ, ਉਸੇ ਦਿਨ ਰੱਬ ਦਾ ਨਾਮ ਵੀ ਚੇਤੇ ਆ ਜਾਏਗਾ। ਕਿਹਾ ਜਾਂਦਾ ਹੈ ਕਿ ਜਦੋਂ ਤੱਕ ਕਾਲ ਚੇਤੇ ਨਹੀਂ ਉਦੋਂ ਤੱਕ ਅਕਾਲ ਵੀ ਚੇਤੇ ਨਹੀਂ। ਬਈ ਜਦੋਂ ਤੱਕ ਮੌਤ ਚੇਤੇ ਨਹੀਂ ਉਦੋਂ ਤੱਕ ਰੱਬ ਦਾ ਨਾਮ ਕਿੱਥੇ ਚੇਤੇ ਹੈ। ਜੇ ਮੌਤ ਚੇਤੇ ਆ ਜਾਏ ਵੀ ਮਰਾਂਗੇ, ਸੰਸਾਰ ਤੋਂ ਕੂਚ ਕਰਾਂਗੇ, ਮਹਾਰਾਜ ਕਹਿੰਦੇ ਰੱਬ ਦਾ ਨਾਮ ਵੀ ਚੇਤੇ ਆਏਗਾ। ਸਬਦਾ ਮਾਹੇ ਵਖਾਣੀਆਂ, ਵਿਰਲਾ ਤਾਂ ਬੂਝੈ ਕੋਏ, ਪਰ ਕੋਈ ਬੁੱਝਦਾ ਵਿਰਲਾ ਹੈ। ਨਾਨਕ ਵਖਾਣੈ ਬੇਨਤੀ, ਜਲ ਥਲ ਮਹੀਲ ਸੋਇ। ਦਾਸ ਨਾਨਕ ਬੇਨਤੀ ਕਰਦਾ ਹੈ ਕਿ ਉਹ ਪਰਿਪੂਰਨ ਪਰਮਾਤਮਾ ਜਲ ਵਿੱਚ ਥਲ ਵਿੱਚ ਰਮਿਆ ਹੋਇਆ ਹੈ। ਅੱਲਾਹੁ ਅਲਖ ਅਗੰਮ ਕਾਦਰ ਕਾ ਕਰਨ ਹਾਰ ਕਰੀਮ। ਉਹ ਪਰਿਪੂਰਨ ਪਰਮਾਤਮਾ ਜੋ ਅਪਹੁੰਚ ਹੈ ਇੰਦਰੀਆਂ ਦੀ ਪਹੁੰਚ ਤੋਂ, ਉਹ ਪਰਿਪੂਰਨ ਪਰਮਾਤਮਾ। ਸਭ ਦੁਨੀ ਆਵਣ ਜਾਵਣੀ, ਮੁਕਾਮ ਏਕ ਰਹੀਮ। ਦੁਨੀਆ ਬਾਕੀ ਸਾਰੀ ਆਉਣੀ ਜਾਣੀ ਹੈ, ਸਭ ਦੁਨੀਆ ਆਵਣ ਜਾਵਣੀ, ਸਾਰੀ ਦੁਨੀਆ ਆਉਣੀ ਜਾਣੀ ਹੈ, ਪਰ ਮੁਕਾਮ ਕਿਹੜਾ ਹੈ? ਉਹ ਪਰਿਪੂਰਨ ਪਰਮਾਤਮਾ। ਕੇਵਲ ਇੱਕ ਉਹ ਮੁਕਾਮ ਹੈ, ਬਾਕੀ ਸਾਰੇ ਹੀ ਵਿਣਸਨ ਹਾਰ ਹਨ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜਿੰਨਾ ਦਿਸਦਾ ਹੈ ਸਾਰਾ ਹੀ ਚਲਾਏ ਮਾਨ ਹੈ, ਸੰਸਾਰ ਤੋਂ ਨਾਸ਼ਵੰਤ ਹੈ। ਮੁਕਾਮ ਤਿਸਨੋ ਆਖੀਐ, ਜੇ ਸਿਸ ਨਾ ਹੋਵੀ ਲੇਖ। ਇਹ ਭਾਈ ਮੁਕਾਮ ਉਹਨੂੰ ਕਿਹਾ ਜਾਂਦਾ ਹੈ, ਕਿਹਨੂੰ ਪਾਤਸ਼ਾਹ? ਜਿਸ ਸਿਸ ਨਾ ਹੋਵੇ ਲੇਖ। ਸਿਸ ਕਹਿੰਦੇ ਨੇ ਸਿਰ ਨੂੰ, ਜਿਹਦੇ ਸਿਰ ਦੇ ਉੱਪਰ ਕੋਈ ਲੇਖ ਮੌਤ ਦਾ ਡਰ ਨਾ ਹੋਵੇ। ਮੁਕਾਮ ਤਾਂ ਉਹ ਹੈ, ਉਹ ਪਰਿਪੂਰਨ ਪਰਮਾਤਮਾ ਇੱਕ ਜਿਹੜਾ ਸਦੀਵੀ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੇ ਸੱਚ। ਉਹ ਪਹਿਲਾਂ ਵੀ ਹੈ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਉਹ ਹਰ ਵਕਤ ਹੈ। ਮੁਕਾਮ ਤਿਸਨੋ ਆਖੀਐ, ਜਿਸ ਸਿਸ ਨਾ ਹੋਵੀ ਲੇਖ, ਜਿਹਦੇ ਉੱਪਰ ਕੋਈ ਵੀ ਭਾਵ ਕਿਸੇ ਵੀ ਪ੍ਰਕਾਰ ਦਾ, ਕੋਈ ਲੇਖਾਂ ਜੋਖਾਂ ਦਾ ਜਾਂ ਮੌਤ ਦਾ ਕੋਈ ਵੀ ਡਰ ਭੈ ਨਹੀਂ ਹੈ। ਅਸਮਾਨ ਧਰਤੀ ਚੱਲ ਸੀ, ਮੁਕਾਮ ਉਹੀ ਏਕ। ਇਹ ਭਾਈ ਅਸਮਾਨ ਧਰਤੀ ਚੱਲ ਸੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾ ਪਾਵਨ ਪਵਿੱਤਰ ਬਚਨਾਂ ਨੂੰ ਪੜ੍ਹਨੇ ਹਾਂ,
ਵੱਡੀ ਗੱਲ ਆਪਣੇ ਵਿੱਚ ਇਹ ਹੈ, ਜਦੋਂ ਕੋਈ ਆਪਣਾ ਬਾਹਰੀ ਵਿਗਿਆਨੀ ਕੋਈ ਐਕਸਪੈਰੀਮੈਂਟ ਕਰੇ ਜਾਂ ਕੋਈ ਪ੍ਰਯੋਗ ਕਰੇ, ਤੇ ਜਦੋਂ ਉਹ ਕਹਿੰਦੇ ਨੇ ਫਿਰ ਆਪਾਂ ਮੰਨਨੇ ਹਾਂ ਕਿ ਵੇਖੋ ਜੀ ਬਾਣੀ ਵੀ ਕਹਿੰਦੀ ਹੈ। ਬਾਣੀ ਦੇ ਜਿਹੜੇ ਬੋਲ ਹਨ, ਬਾਹਰ ਦੇ ਵਿਗਿਆਨੀਆਂ ਦੇ ਮੰਨ ਲਓ ਪ੍ਰਯੋਗ, ਐਕਸਪੈਰੀਮੈਂਟ, ਅੱਜ ਕਿਸੇ ਨੇ ਕੁਝ ਕਿਹਾ ਹੈ, ਕੱਲ ਨੂੰ ਕੋਈ ਹੋਰ ਕੁਝ ਕਹਿ ਦਵੇਗਾ, ਪਰ ਸਤਿਗੁਰੂ ਜੀ ਦੇ ਬੋਲ ਸਦੀਵੀ ਸੱਚ ਹਨ, ਜਿਨ੍ਹਾਂ ਪਾਵਨ ਪਵਿੱਤਰ ਬੋਲਾਂ ਤੋਂ ਹਮੇਸ਼ਾ ਰਹਿਨੁਮਾਈ ਮਿਲਦੀ ਰਹੇਗੀ। ਹੁਣ ਕਿਹਾ ਜਾਂਦਾ ਹੈ ਕਿ ਜਿਹੜਾ ਸੂਰਜ ਹੈ, ਸੂਰਜ ਦੀ ਉਮਰ ਘਟ ਰਹੀ ਹੈ, ਜਿਹੜੀ ਧਰਤੀ ਹੈ, ਧਰਤੀ ਦੀ ਉਮਰ ਪਈ ਘਟਦੀ ਹੈ, ਜੋ ਵਿਗਿਆਨੀ ਹਨ ਇਹ ਹੁਣ ਕਹਿੰਦੇ। ਤੇ ਪਾਤਸ਼ਾਹ ਜੀਆਂ ਨੇ ਵੇਖੋ ਸਾਧ ਸੰਗਤ, ਆਪ ਜੀਆਂ ਨੇ ਪੰਕਤੀ ਸਰਵਣ ਕੀਤੀ, ਅਸਮਾਨ ਧਰਤੀ ਚੱਲ ਸੀ, ਅਸਮਾਨ ਵੀ ਧਰਤੀ ਚੱਲ ਸੀ। ਚੱਲ ਸੀ ਦਾ ਮਤਲਬ ਵੀ ਇਹ ਵੀ ਸੰਸਾਰ ਤੋਂ ਇੱਕ ਦਿਨ ਇਹਨੇ ਵੀ ਖਤਮ ਹੋ ਜਾਣਾ ਹੈ। ਕਿਸੇ ਰੂਪ ਵਿੱਚ ਹੋਂਦ ਵਿੱਚ ਆਈ, ਅੱਜ ਤੋਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਇਹ ਹੋਂਦ ਵਿੱਚ ਆਈ, ਔਰ ਇਸੇ ਤਰ੍ਹਾਂ ਹੀ ਇਹ ਵੀ ਨਾਸ਼ਮਾਨ ਹੋ ਜਾਏਗੀ। ਦਿਨ ਰਵ ਚੱਲੈ ਨਿਸ ਸਸ ਚੱਲੈ, ਤਾਰਿਕਾ ਲੱਖ ਭਲੋਏ। ਦਿਨ ਰਵ ਚੱਲੈ ਸਸ ਨਿਸ ਚੱਲੈ। ਆ ਕੀ ਸੂਰਜ, ਸੂਰਜ ਦੀ ਵੀ ਉਮਰ ਪਈ ਘਟਦੀ ਹੈ, ਚੰਦਰਮਾ ਇਹਦੀ ਉਮਰ ਵੀ ਘਟ ਰਹੀ ਹੈ, ਹੌਲੀ ਹੌਲੀ ਕਰਦਿਆਂ ਇਹ ਵੀ ਨਾਸ਼ਵਾਨ ਹੈ। ਔਰ ਜਿਤਨੇ ਤਾਰੇ, ਹੋਰ ਵੀ ਤਾਰੇ ਸਿਤਾਰੇ ਜਿਤਨੇ ਵੀ ਹਨ, ਇਹਨਾਂ ਦੀ ਵੀ ਮਹਾਰਾਜ ਕਹਿੰਦੇ ਆਰਬਲਾ ਜਿਹੜੀ ਉਮਰ ਹੈ, ਹੌਲੀ ਹੌਲੀ ਕਰਦਿਆਂ, ਦਿਨ ਦਿਨ ਕਰਦਿਆਂ ਇਹਨਾਂ ਦੀ ਵੀ ਉਮਰ ਪਈ ਘਟਦੀ ਹੈ। ਪਾਤਸ਼ਾਹ ਜੀਆਂ ਨੇ ਤਾਂ ਜੀਆਂ ਦੀ ਤਾਂ ਗੱਲ ਹੀ ਮੁਕਾਈ, ਮਹਾਰਾਜ ਜੀਆਂ ਨੇ ਜੀਆਂ ਦੀ ਤਾਂ ਗੱਲ ਹੀ ਨਹੀਂ ਕੀਤੀ। ਸਤਿਗੁਰੂ ਜੀ ਕਹਿੰਦੇ ਮੁਕਾਮ ਤਾਂ ਜਾਣੀਆ ਜਾਂ ਰਹੇ ਨੇਚਲ ਲੋਕ, ਜਦੋਂ ਲੋਕ ਹੀ ਨੇਚਲ ਨਹੀਂ, ਲੋਕ ਕਹੀਏ ਆਸ ਜਿਹਦੇ ਉੱਪਰ ਪਏ ਵਸਨੇ ਹਾਂ ਧਰਤੀ ਦੇ ਉੱਪਰ, ਜਦੋਂ ਇਹ ਹੀ ਸੰਸਾਰ ਦੇ ਉੱਪਰ ਸਦੀਵੀ ਨਹੀਂ ਤੇ ਬਾਕੀ ਫਿਰ ਕਿਵੇਂ ਹੋਰ ਕੋਈ ਸਦੀਵੀ ਕਿਵੇਂ ਰਹਿ ਸਕਦਾ ਹੈ। ਪਾਤਸ਼ਾਹ ਇਹ ਸ਼ਬਦ ਪਏ ਗਾ ਰਹੇ ਹਨ, ਸਾਹਮਣੇ ਮੁਲਾਣੇ ਆਣ ਕੇ ਬੈਠੇ ਨੇ, ਜਿਹੜੇ ਹੋਰ ਵੀ ਹੱਜ ਕਰਨ ਵਾਲੇ ਹਾਜੀ ਲੋਕ ਉਹ ਵੀ ਆਣ ਕੇ ਬੈਠੇ ਹਨ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬੁਗੋਏ। ਇਹ ਸਦੀਵੀ ਮਹਾਰਾਜ ਜੀਆਂ ਨੇ ਸੱਚ ਕਹਿ ਦਿੱਤਾ ਕਿ ਮੁਕਾਮ ਉਹੀ ਏਕ ਹੈ, ਪਰਿਪੂਰਨ ਪਰਮਾਤਮਾ ਸਦੀਵੀ ਇੱਕ ਹੈ, ਬਾਕੀ ਸਾਰਾ ਕੁਝ ਨਾਸ਼ਵਾਨ ਹੈ। ਦੋਹਰਾ ਸ਼ਬਦ ਪੜਿਓ ਸ਼੍ਰੀ ਬਦਨ ਜਬ, ਨੀਵੀਂ ਗੋਰ ਪਦੌਰ। ਜਦੋਂ ਪਾਤਸ਼ਾਹ ਜੀਆਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ, ਨਮਸਕਾਰ ਕਰ ਪੁਨ ਹਟੀ, ਠਹਿਰਾਨੀ ਨਿਜ ਠੌਰ। ਔਰ ਮੁਹੰਮਦ ਸਾਹਿਬ ਦੀ ਕਬਰ ਨੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਨਮਸਕਾਰ ਕਰਕੇ ਆਪਣੀ ਥਾਏ ਹੋਈ। ਮੁੱਲਾ ਸਰਬ ਬਿਲੋਕ ਕਹਿ, ਬਿਸਮਾਨੇ ਮਨ ਮਾਹੇ। ਔਰ ਜਿਤਨੇ ਵੀ ਮੁੱਲਾ ਮੁਲਾਣੇ ਸਨ, ਉਹ ਅਸਚਰਜ ਕੌਤਕ ਨੂੰ ਵੇਖ ਕੇ ਆਪਣੇ ਹਿਰਦੇ ਅੰਦਰ ਬੜੇ ਹੈਰਾਨ ਹੋਏ। ਤਨ ਖੁਦਾਏ ਸਮਝਾਨ ਕੈ, ਨਿਵੇਂ ਚਰਨ ਚਿਤ ਚਾਹੇ। ਕਹਿੰਦੇ ਅਸੀਂ ਮੁਹੰਮਦ ਸਾਹਿਬ ਨੂੰ ਖੁਦਾ ਜਾਣ ਕੇ ਮੁਹੰਮਦ ਸਾਹਿਬ ਦੇ ਚਰਨੀ ਲੱਗਦੇ ਹਾਂ। ਅਧਿਕ ਮੁਹੰਮਦ ਸਭਿਨ ਤੇ, ਹਮ ਉਮਤ ਹੈ ਤਾਹੇ। ਅਸੀਂ ਮੁਹੰਮਦ ਸਾਹਿਬ ਨੂੰ ਸਾਰਿਆਂ ਤੋਂ ਵੱਡੇ ਜਾਣਦਿਆਂ ਹੋਇਆਂ ਅਸੀਂ ਉਹਨਾਂ ਦੀ ਉਮਤ, ਅਸੀਂ ਉਹਨਾਂ ਦੀ ਖਲਕਤ ਹਾਂ। ਗੋਰ ਨਿਵੀ ਤੇ ਅਗਰਜ ਹੈ, ਹਮ ਕਿਉਂ ਨਿਵੈ ਸੋ ਨਾਹੇ। ਕਹਿੰਦੇ ਜਿਹਦੇ ਪਾਤਸ਼ਾਹ ਦੇ ਅੱਗੇ ਮੁਹੰਮਦ ਸਾਹਿਬ ਦੀ ਕਬਰ ਹੀ ਨਿਵ ਗਈ, ਅਸੀਂ ਉਹਦੇ ਸਾਹਮਣੇ ਕਿਉਂ ਨਾ ਝੁਕੀਏ, ਅਸੀਂ ਉਸ ਪਾਤਸ਼ਾਹ ਦੇ ਚਰਨੀ ਹੱਥ ਕਿਉਂ ਨਾ ਲਾਈਏ। ਆਦਰ ਕਰ ਬਹੁ ਭਾਂਤ ਸੋ, ਆਸਨ ਉੱਚ ਬਸਾਏ। ਪਾਤਸ਼ਾਹ ਜੀਆਂ ਦੇ ਵਾਸਤੇ ਉਹਨਾਂ ਸਤਿਗੁਰੂ ਜੀ ਦਾ ਸਨਮਾਨ ਕੀਤਾ, ਉੱਚਾ ਆਸਨ ਉਹਨਾਂ ਡਾਇਆ। ਬੋਲੇ ਦਵੈ ਕਰ ਬੰਦ ਕੈ, ਨਿਜੀ ਉਪਦੇਸ਼ ਬਤਾਏ। ਸਤਿਗੁਰੂ ਮਹਾਰਾਜ ਜੀਆਂ ਨੂੰ ਹੁਣ ਬਿਠਾ ਕੇ ਨਾ, ਜਦੋਂ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਸਾਰੀ ਉਹਨਾਂ ਨੇ ਘਟਨਾ ਵੇਖ ਲਈ, ਮਹਾਰਾਜ ਜੀਆਂ ਦੇ ਸਾਹਮਣੇ ਬੈਠ ਕੇ ਕਹਿੰਦੇ ਪਾਤਸ਼ਾਹ ਉਪਦੇਸ਼ ਦੇਵੋ, ਮਹਾਰਾਜ ਤੁਸੀਂ ਸਾਨੂੰ ਕੋਈ ਨਾ ਕੋਈ ਉਪਦੇਸ਼ ਦੇਵੋ। ਸਵਈਆ ਸ਼੍ਰੀ ਗੁਰ ਬੈਨ ਪਨੇ ਸੁਨ ਕੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਬੋਲ ਸੁਣ ਕੇ, ਨਿਜ ਮ੍ਰਿਤ ਕੋ ਯਾਦ ਰੱਖੋ ਨਾ ਭੁਲਾਹੀ। ਮਹਾਰਾਜ ਕਹਿੰਦੇ ਭਾਈ ਆਪਣੀ ਮੌਤ ਨੂੰ ਯਾਦ ਰੱਖੋ, ਕਦੇ ਵੀ ਭੁਲਾਓ ਨਾ। ਮੌਤ ਨੂੰ ਯਾਦ ਰੱਖਣਾ ਇਹ ਨਹੀਂ ਵੀ ਮੌਤ ਨੂੰ ਯਾਦ ਰੱਖ ਕੇ ਡਰਨਾ ਹੈ ਵੀ ਅੱਜ ਆਈ ਲੈ ਕੱਲ ਆਈ, ਇਹ ਤਰੀਕੇ ਨਾਲ ਯਾਦ ਰੱਖਣਾ ਨਹੀਂ। ਉਹਨੂੰ ਯਾਦ ਰੱਖਦਿਆਂ ਵੀ ਮੌਤ ਨੂੰ ਯਾਦ ਰੱਖਣ ਤੋਂ ਭਾਵ ਇਹ ਹੈ
ਵੀ ਸੱਜਣਾ ਸਦੀਵੀ ਨਹੀਂ ਰਹਿਣਾ, ਜਿਹੜੇ ਕੰਮ ਆਏ ਆ ਨਾ ਸੰਸਾਰ ਤੇ ਉਹੀ ਵਿਹਾਜ ਲੈ। ਜਿਵੇਂ ਮਹਾਰਾਜ ਜੀ ਕਹਿੰਦੇ ਨੇ ਨਾ, ਜਾ ਕੋ ਆਏ ਸੋਈ ਬਿਹਾਜੋ, ਜਾ ਕੋ ਆਏ ਸੋਈ ਬਿਹਾਜੋ, ਜਾ ਕੋ ਆਏ ਸੋਈ ਬਿਹਾਜੋ, ਜਾ ਕੋ ਆਏ ਸੋਈ ਬਿਹਾਜੋ। ਮਹਾਰਾਜ ਕਹਿੰਦੇ ਭਾਈ ਸੱਜਣਾ, ਜਿਹੜੇ ਕੰਮ ਤੂੰ ਆਇਆ ਹੈ ਉਹਨੂੰ ਵੀ ਥੋੜਾ ਬਹੁਤਾ ਖੱਟ ਲੈ। ਜਿਹੜੇ ਕੰਮ ਆਏ ਹਾਂ ਜਾ ਕੋ ਆਏ ਸੋਈ ਬਿਹਾਜੋ। ਭਾਈ ਹਮੇਸ਼ਾ ਤੁਸੀਂ ਮੌਤ ਨੂੰ ਯਾਦ ਰੱਖੋ। ਛੋਰ ਬੇਕਾਰ ਤਜੋ ਪੱਖਵਾਦ, ਔਰ ਵਕਾਰ ਛੱਡ ਕੇ ਜਿਹੜੇ ਆ ਪੱਖਵਾਦ ਪਏ ਕਰਦੇ ਹੋ ਨਾ, ਤੁਸੀਂ ਇਹਨਾਂ ਨੂੰ ਛੱਡ ਦਿਓ। ਆ ਜਿਹੜੇ ਵਾਧੂ ਦੇ ਫਜ਼ੂਲ ਲੜਾਈ ਝਗੜਿਆਂ ਦੇ ਅੰਦਰ ਤੁਸੀਂ ਪਏ ਹੋ। ਖੁਦਾਏ ਲਖੋਂ ਸਭ ਖਲਕਤ ਮਾਹੀ, ਔਰ ਸਾਰੀ ਖਲਕਤ ਦੇ ਅੰਦਰ, ਸਾਰੀ ਲੋਕਾਈ ਦੇ ਅੰਦਰ ਉਸੇ ਇੱਕ ਖੁਦਾ ਦਾ ਤੁਸੀਂ ਵਾਸਾ ਜਾਣੋ। ਨਾਮ ਸਦਾ ਸਿਮਰੋ ਉਰ ਮੈਂ, ਇਹਦੇ ਅੰਦਰ ਪਰਿਪੂਰਨ ਪਰਮਾਤਮਾ ਦਾ ਨਾਮ ਸਿਮਰੋ। ਜਿਹ ਤੇ ਜਮ ਦੋਜ਼ਕ ਦੇਖਾ ਹੋ ਨਾਹੀ, ਜਿਹਦੇ ਨਾਲ ਫਿਰ ਭਾਈ ਜਮਾਂ ਵਾਲੇ ਪਾਸੇ ਨਹੀਂ ਪਈਦਾ, ਪਰਮਾਤਮਾ ਦੇ ਨਾਮ ਰੰਗ ਵਿੱਚ ਜੁੜੀਦਾ ਹੈ। ਲੋਕ ਦਿਖਾਵਨ ਤੇ ਮਨ ਚਾਹੇ ਕੈ, ਲੋਕਾਂ ਦੇ ਭਾਵ ਲੋਕ ਦਿਖਾਵਾ ਛੱਡ ਕੇ ਸੱਚ ਕਮਾਏ ਸਭੈ ਸੁਖ ਪਾਹੀ। ਸੱਚ ਨੂੰ ਕਮਾਓ ਤੇ ਸਦੀਵੀ ਤੁਹਾਨੂੰ ਵੱਡਾ ਸਦੀਵੀ ਸੁਖ ਨਸੀਬ ਹੋਵੇ। ਦੋਹਰਾ ਸੁਨ ਕਰ ਸਭ ਹਰ ਖਾਏ ਕੈ, ਜਾਚੀ ਚਰਨ ਖਰਾਬ। ਜਦੋਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬੋਲ ਸਾਰਿਆਂ ਨੇ ਸੁਣ ਲਏ, ਹੱਥ ਜੋੜ ਕੇ ਮੁਲਾਣੇ ਆਏ। ਭਾਵੇਂ ਕਿ ਕਹਿੰਦੇ ਜਿਸ ਦਿਨ ਪਾਤਸ਼ਾਹ ਵਾਪਸ ਲੱਗੇ ਨੇ ਆਉਣ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਕਹਿੰਦੇ ਪਾਤਸ਼ਾਹ ਚੱਲਿਓ, ਗੁਰਦੇਵ ਜੀ ਆਪਣੀ ਖੜਾਂ ਦੇਂਦੇ ਜਾਓ, ਨਿਸ਼ਾਨੀ ਦੇ ਕੇ ਜਾਓ। ਮਹਾਰਾਜ ਤੁਸੀਂ ਸਾਨੂੰ ਆਪਣੇ ਜੋ ਚਰਨ ਆਪ ਜੀਆਂ ਦੇ ਪਾਦੁਕਾ, ਮਹਾਰਾਜ ਜੀ ਕਿਰਪਾਲਤਾ ਕਰੋ, ਆਪਣੇ ਜੋੜੇ ਜਾਂ ਆਪਣੀ ਖੜਾਵਾਂ ਪਾਤਸ਼ਾਹ ਤੁਸੀਂ ਦੇ ਕੇ ਜਾਓ। ਹਿਤ ਪੂਜਨ ਕੇ ਤਹ ਰਖੀ, ਹੁਤੀ ਗੋਰ ਜਿਹ ਥਾਮ। ਪਾਤਸ਼ਾਹ ਜੀਆਂ ਦੀਆਂ ਮੁਬਾਰਕ ਜਿਹੜੇ ਜੋੜੇ ਸਨ, ਪਾਤਸ਼ਾਹ ਜੀ ਦੀਆਂ ਖੜਾਵਾਂ ਪੂਜਨ ਵਾਸਤੇ ਉਹਨਾਂ ਨੇ ਉੱਥੇ ਰੱਖ ਲਈਆਂ। ਭਾਈ ਗੁਰਦਾਸ ਸਾਹਿਬ ਜੀਆਂ ਦੇ ਜਿਹੜੇ ਬੋਲ ਹਨ, ਆਪ ਜੀਆਂ ਨੂੰ ਜ਼ੁਬਾਨੀ ਕੰਠਾਗਰ ਹੋਣਗੇ ਕਿ ਮੁਸਲਮਾਨ ਹੋਰ ਕਿਸੇ ਸ਼ੈ ਨੂੰ ਨਹੀਂ ਪੂਜਦੇ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਧਰੀ ਨਿਸ਼ਾਨੀ ਕੌਸ ਦੀ, ਧਰੀ ਨਿਸ਼ਾਨੀ ਕੌਸ ਦੀ, ਧਰੀ ਨਿਸ਼ਾਨੀ ਕੌਸ ਦੀ, ਧਰੀ ਨਿਸ਼ਾਨੀ ਕੌਸ ਦੀ। ਮੱਕੇ ਅੰਦਰ ਪੂਜ ਕਰਾਹੀ, ਮੱਕੇ ਅੰਦਰ ਪੂਜ ਕਰਾਹੀ, ਮੱਕੇ ਅੰਦਰ ਪੂਜ ਕਰਾਹੀ, ਮੱਕੇ ਅੰਦਰ ਪੂਜ ਕਰਾਹੀ। ਮੱਕੇ ਅੰਦਰ ਪੂਜ ਕਰਾਹੀ, ਮੱਕੇ ਅੰਦਰ ਪੂਜ ਕਰਾਹੀ, ਮੱਕੇ ਅੰਦਰ ਪੂਜ ਕਰਾਹੀ, ਮੱਕੇ ਅੰਦਰ ਪੂਜ ਕਰਾਹੀ। ਪਾਤਸ਼ਾਹ ਤੁਸੀਂ ਚੱਲਿਓ, ਜਾਂਦਿਆਂ ਜਾਂਦਿਆਂ ਆਪਣੀ ਤੁਸੀਂ ਨਿਸ਼ਾਨੀ ਦੇ ਕੇ ਜਾਓ। ਇਹ ਸੀ ਸਤਿਗੁਰੂ ਮਹਾਰਾਜ ਜੀਆਂ ਦੇ ਸਮਝਾਉਣ ਦਾ ਤਰੀਕਾ। ਸਾਧ ਸੰਗਤ ਜੀਓ, ਕਥਾ ਵਾਰਤਾ ਆਉਂਦੀ ਹੈ ਕਿ ਪਾਤਸ਼ਾਹ ਜੀਆਂ ਦੇ ਨਾਲ ਜਿਸ ਕਾਜ਼ੀ ਰੁਕਨਦੀਨ ਦੀ ਵਿਚਾਰ ਹੋਈ, ਉਹ ਪਾਕਿਸਤਾਨ ਦੇ ਅੰਦਰ ਜੋ ਉੱਚ ਨਗਰ ਹੈ ਉਸ ਥਾਂ ਤੋਂ ਵੀ ਮਹਾਰਾਜ ਜੀਆਂ ਦੇ ਨਾਲ ਉਹਨਾਂ ਦਿਨਾਂ ਦੇ ਅੰਦਰ ਹੱਜ ਤੇ ਪਾਤਸ਼ਾਹ ਜੀ ਦੇ ਨਾਲ ਗਏ ਹੋਏ ਸਨ। ਜਦੋਂ ਉੱਥੇ ਸਾਰੀ ਵਿਚਾਰ ਹੋਈ ਪਾਤਸ਼ਾਹ ਜੀ ਦੇ ਨਾਲ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ, ਤੇ ਸਤਿਗੁਰੂ ਮਹਾਰਾਜ ਜੀਆਂ ਤੋਂ ਜਦੋਂ ਉਹਨਾਂ ਨੇ ਉਪਦੇਸ਼ ਪੁੱਛਿਆ ਨਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਫਿਰ ਉੱਥੇ ਉਹਨਾਂ ਨੂੰ ਕਾਜ਼ੀ ਰੁਕਨਦੀਨ ਨੂੰ ਨਾਲ ਮਹਾਰਾਜ ਜੀਆਂ ਨੇ ਕਿਹਾ ਕਿ ਵੇਖੋ ਭਾਈ, ਤੁਸੀਂ ਆਪਣੀ ਲੱਭ ਕਟਾਉਂਦੇ ਹੋ, ਤੁਸੀਂ ਕੇਸ ਕਟਾਉਂਦੇ ਹੋ, ਭਾਈ ਤੁਸੀਂ ਇਹ ਕੇਸ ਕਟਾਉਣੇ ਬੰਦ ਕਰ ਦਿਓ। ਜਿਹੜੇ ਉੱਚ ਜਦੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚ ਦੇ ਪੀਰ ਬਣ ਕੇ ਜਾਂਦੇ ਹਨ, 10ਵੇਂ ਪਾਤਸ਼ਾਹ, ਜਿਸ ਵਕਤ ਪਾਤਸ਼ਾਹ ਜੀਆਂ ਦੀ ਪਛਾਣ ਕਰਨ ਦੇ ਵਾਸਤੇ ਆਏ ਤੇ ਮਹਾਰਾਜ ਜੀਆਂ ਦੇ ਨਾਲ ਉੱਥੇ ਜਦੋਂ ਉਹਨਾਂ ਨੇ ਪੁੱਛਿਆ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਜਾ ਰਹੇ ਹਨ, ਕਹਿੰਦੇ ਇਹ ਉੱਚ ਦੇ ਪੀਰ ਹਨ। ਹਾਲਾਂਕਿ ਜਿਹੜੇ ਮੁਸਲਮਾਨ ਪੀਰ ਹੋਣ ਉਹ ਤਾਂ ਆਪਣੀ ਲੱਭ ਕਟਾਉਂਦੇ ਹਨ, ਲੱਭ ਕਹੀਏ ਮੁੱਛਾਂ ਨੂੰ ਕਟਾਉਂਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੇਸ ਸਾਬਤ ਨੇ, ਉਹਨਾਂ ਤੋਂ ਨਹੀਂ ਪਛਾਣਿਆ ਗਿਆ। ਜਦੋਂ ਵੇਖਿਆ ਉਹਨਾਂ ਨੇ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵੱਲ ਕਹਿੰਦੇ ਹਾਂ ਇਹ ਉੱਚ ਦੇ ਪੀਰ ਨੇ। ਇਹ ਜੋ ਕਾਜੀ ਰੁਕਨਦੀਨ ਸੀ ਨਾ, ਜਦੋਂ ਇਹ ਵਾਪਸ ਆਪਣੇ ਉੱਚ ਨਗਰ ਦੇ ਅੰਦਰ ਆ ਗਿਆ, ਜਿਹੜੀ ਗੱਦੀ ਸੀ, ਅਗਾ ਜਿਤਨੇ ਵੀ ਫਿਰ ਗੱਦੀਦਾਰ ਹੋਏ ਨਾ, ਉਹਨਾਂ ਨੇ ਕਾਜ਼ੀ ਰੁਕਨਦੀਨ ਦਾ ਜਿਹੜਾ ਉਪਦੇਸ਼ ਸੀ ਵੀ ਅਗਾ ਜਿਵੇਂ ਜਿਵੇਂ ਗੱਦੀਦਾਰ ਬਦਲੇ, ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਉਪਦੇਸ਼ ਨੂੰ ਪਿੜ ਪੱਲੇ ਬੰਨ੍ਹਦਿਆਂ ਉਹਨਾਂ ਨੇ ਲਬਾਂ ਕਟਾਉਣੀਆਂ, ਕੇਸ ਕਤਲ ਕਰਾਉਣੇ ਉਹਨਾਂ ਨੇ ਬੰਦ ਕਰ ਦਿੱਤੇ। ਇਹ ਉਹਨਾਂ ਦੀ ਨਿਸ਼ਾਨੀ ਸੀ, ਉੱਚ ਦੇ ਪੀਰਾਂ ਦੀ ਨਿਸ਼ਾਨੀ ਸੀ, ਜਿਹੜੇ ਉੱਥੋਂ ਦੇ ਪੀਰ ਸਨ ਉੱਚ ਨਗਰ ਦੇ। 10ਵੇਂ ਪਾਤਸ਼ਾਹ ਮਹਾਰਾਜ ਜੀ ਜਦੋਂ ਉੱਥੋਂ ਨਿਕਲਦੇ ਹਨ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਪੁੱਛਿਆ ਕੌਣ? ਕਹਿੰਦੇ ਜੀ ਉੱਚ ਦੇ ਪੀਰ ਨੇ। ਤੇ ਸਤਿਗੁਰੂ ਮਹਾਰਾਜ ਜੀਆਂ ਨੂੰ ਇਸ ਬਾਤ ਦਾ ਪਤਾ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਜਦੋਂ ਉਹਨਾਂ ਨੇ ਪਛਾਣ ਕੀਤੀ, ਵਾਕਿਆ ਹੀ ਸਤਿਗੁਰੂ ਮਹਾਰਾਜ ਜੀਆਂ ਦੇ ਜਿਹੜੇ ਕੇਸ ਸਨ ਉਹ ਸਾਬਤ ਸਨ। ਇਸ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਸਾਧ ਸੰਗਤ ਜੀਓ, ਜੋ ਇਹਨਾਂ ਨੇ ਪਾਤਸ਼ਾਹ ਜੀਆਂ ਦੇ ਪਾਸੋਂ ਖੜਾ ਮੰਗੀ, ਭਾਈ ਵੀਰ ਸਿੰਘ ਜੀਆਂ ਨੇ ਹੇਠਾਂ ਨਾਲ ਵਿਆਖਿਆ ਵੀ ਕੀਤੀ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀਆਂ ਪਾਵਨ ਪਵਿੱਤਰ ਖੜਾਵਾਂ ਇਹਨਾਂ ਨੇ ਲੰਮੇਰਾ ਸਮਾਂ ਆਪਣੇ ਪਾਸ ਸੰਗਤਾਂ ਨੂੰ ਜਾਂ ਜਿਹੜੇ ਹੋਰ ਵੀ ਉੱਥੇ ਸਨ ਹਾਜੀ ਲੋਕ, ਉਹਨਾਂ ਨੂੰ ਲੰਮੇਰੇ ਸਮੇਂ ਵਾਸਤੇ ਦੀਦਾਰ ਵੀ ਕਰਾਉਂਦੇ ਰਹੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਦੀ ਜੋ ਖੜਾਵਾਂ ਸਨ ਉਹਨਾਂ ਨੂੰ ਪੂਜਦੇ ਵੀ ਰਹੇ। ਕੇਤਿਕ ਦਿਵਸ ਬਿਤਾਏ ਤਹਿ ਸ਼੍ਰੀ ਨਾਨਕ ਗੁਣ ਖਾਨ। ਗੁਣਾਂ ਦੀ ਖਾਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕੁਝ ਇੱਕ ਦਿਨ ਬਤੀਤ ਕੀਤੇ। ਮੱਕੇ ਕੋ ਆਏ ਬਹਰ ਬੈਸੇ ਪੂਰਬ ਥਾਮ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਥੇ ਪਹਿਲਾਂ ਉੱਠ ਕੇ ਮੱਕੇ ਤੋਂ ਪਹਿਲਾਂ 12 ਦਿਨ ਪਹਿਲਾਂ ਅਗਾਂਹ ਨੂੰ ਗਏ ਸਨ ਮਦੀਨੇ ਮਹਾਰਾਜ, ਫਿਰ 12 ਦਿਨਾਂ ਬਾਅਦ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗੀਆਂ ਦੇ ਨਾਲ ਵਾਪਸ ਆਏ ਹਨ। ਪੱਖਰ ਜੇ ਹਾਜੀ ਮਿਲੇ ਤੇ ਛਿਨ ਪਹੁੰਚੇ ਆਏ। ਉਹ ਜਿਹੜੇ ਪੱਖਰ ਸੱਖਰ ਵਾਲੇ ਸਨ ਪਾਕਿਸਤਾਨ ਦੇ, ਜਿਹੜੇ ਹਾਜੀ ਜਿਹੜੇ ਤੁਰਨ ਲੱਗੇ ਸਨ ਮਹਾਰਾਜ ਜੀਆਂ ਦੇ ਨਾਲ, ਜਿਹੜੇ ਛੱਡ ਕੇ ਗਏ ਸਨ ਪਾਤਸ਼ਾਹ ਜੀਆਂ ਨੂੰ, ਨਾਲ ਨਹੀਂ ਸਨ ਲੈ ਕੇ ਗਏ। ਕਹਿੰਦੇ ਇਹਨਾਂ ਨੂੰ ਨਹੀਂ ਨਾਲ ਲੈ ਕੇ ਜਾਣਾ, ਨਿਰਾਲੇ ਕਰ ਦੇਵਾਂਗੇ। ਹੁਣ ਜਦੋਂ ਉਹਨਾਂ ਨੇ ਵੇਖ ਲਿਆ, ਬਿਸਮੇ ਦਰਸ ਬਿਲੋਕ ਕੈ ਮੁਖ ਤੇ ਬਚਨ ਅਲਾਏ। ਬੜੇ ਹਿਰਦੇ ਅੰਦਰ ਵੇਖ ਕੇ ਬੜੇ ਹੈਰਾਨ ਪਰੇਸ਼ਾਨ ਹੋਏ ਵੀ ਇਹਨਾਂ ਨੂੰ ਤਾਂ ਅਸੀਂ ਪਿੱਛੇ ਛੱਡ ਕੇ ਆਏ ਸਾ। ਕਬ ਕੋ ਇਹ ਹਾਜੀ ਆਇਓ ਹਮ ਛੋੜਿਓ ਪਛਾਤ। ਇਹ ਕਦੋਂ ਦੇ ਇੱਥੇ ਆਏ ਹਨ, ਸਾਨੂੰ ਇਹ ਪਿੱਛੇ ਛੱਡ ਆਏ ਹਨ। ਕੈਸੇ ਪੰਥ ਉਲੰਘਿਓ ਹਿੰਦ ਜਨਮ ਬਖਿਆਤ। ਇਹ ਤਾਂ ਹਿੰਦੂ ਹਨ, ਇਹ ਕਿਹੜੀ ਥਾਂ ਤੇ ਇੱਥੇ ਕਿਵੇਂ? ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਅਨਮਤ ਵਾਲੇ ਹਨ, ਇਹਨਾਂ ਨੂੰ ਤੇ ਇੱਥੇ ਆਉਣ ਦੀ ਆਗਿਆ ਨਹੀਂ। ਕਿਵੇਂ ਇਹ ਰਸਤੇ ਦੇ ਵਿੱਚੋਂ ਇੱਥੋਂ ਤੱਕ ਆ ਗਏ? ਹੁਤੇ ਸੋ ਬੈਠੇ ਨਰ ਤਹਾਂ ਸੋ ਬੋਲੇ ਤਿਨ ਸਾਥ। ਜਿਹੜੇ ਉੱਥੇ ਹੋਰ ਮਲਾਣੇ ਸਨ ਉਹ ਲੱਗੇ ਕਹਿਣ, ਏਕ ਬਰਖ ਬੀਤਿਓ ਇਹਾਂ ਕਲਾਵਾਨ ਜਗਨਾਥ। ਇਹ ਤਾਂ ਜਗਤ ਦੇ ਨਾਥ, ਇਹਨਾਂ ਨੂੰ ਤਾਂ ਆਇਆ ਲਗਭਗ ਇੱਥੇ 1 ਸਾਲ ਹੋ ਚੱਲਿਆ, ਲੰਮਾ ਸਮਾਂ ਇਹਨਾਂ ਨੂੰ ਇੱਥੇ ਆਇਆ ਨੂੰ ਹੋ ਗਿਆ ਹੈ। ਚਰਨ ਸੰਗ ਕਾਬਾ ਫਿਰਿਓ ਤੁਰਕ ਨੀਵੇਂ ਸਭ ਦੇਖ। ਔਰ ਇਹਨਾਂ ਨੇ ਤਾਂ ਇਸ ਥਾਂ ਤੇ ਮੱਕਾ ਵੀ ਫਿਰਿਆ, ਕਾਬਾ ਵੀ ਫਿਰਿਆ ਹੈ। ਇਸ ਥਾਂ ਤੇ ਇਹਨਾਂ ਦੇ ਮੁਬਾਰਕ ਚਰਨਾਂ ਵਾਲੀ ਘਟਨਾ ਵੀ ਦੱਸੀ ਹੈ। ਆਹੈ ਸਰੀਰ ਖੁਦਾਏ ਕੋ ਜਗ ਉਦਾਰ ਹਿਤ ਬੇਖ। ਔਰ ਇਹਨਾਂ ਦਾ ਜੋ ਪਵਿੱਤਰ ਸਰੀਰ, ਇਹ ਤਾਂ ਜਗਤ ਦੇ ਉਧਾਰ ਖਾਤਰ ਸੰਸਾਰ ਵਿੱਚ ਆਏ ਹਨ। ਤਿਨ ਸੁਨ ਮੈਂ ਮਨ ਮਹਿਮਾ ਲਖੀ ਕਲਾ ਪਿਖਨ ਪਾਚਾਵ। ਉਹਨਾਂ ਦੇ ਵੀ ਹਿਰਦੇ ਦੇ ਅੰਦਰ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਕਲਾ ਵੇਖਣ ਦੀ ਚਾਹ ਪੈਦਾ ਹੋਈ। ਆਹੈ ਸਰੀਰ ਖੁਦਾਏ ਕੋ ਜਲ ਇਹ ਠਾ ਮੰਗਵਾਵ। ਕਹਿੰਦੇ ਜੇ ਐਸੀ ਹੈ ਇਸ ਥਾਂ ਤੇ ਘੱਟੋ ਘੱਟ ਅਸੀਂ ਵੀ ਵੇਖਣਾ ਚਾਹੁੰਦੇ ਹਾਂ, ਇੱਥੇ ਹੀ ਜਲ ਪ੍ਰਗਟ ਕਰਨਾ। ਤੇ ਛਿਨ ਆਸਾ ਟਿਗਹੁ ਤੋ ਲੈ ਸ਼੍ਰੀ ਗੁਰ ਨਿਜ ਹਾਥ। ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਹੱਥ ਦੇ ਅੰਦਰ ਆਸਾ ਸੀ। ਆਸਾ ਕਹੀਏ ਮੋਟਾ ਸੋਟਾ ਸੀ ਪਾਤਸ਼ਾਹ ਜੀ ਦੇ ਕੋਲ। ਆਸਾ ਹੱਥ ਕਿਤਾਬ ਕੱਚ, ਮਹਾਰਾਜ ਜੀਆਂ ਦੇ ਹੱਥ ਵਿੱਚ ਆਸਾ ਸੀ। ਕਾਬੇ ਕੇਰ ਦੀਵਾਰ ਮੈਂ ਹਨਿਓ ਜ਼ੋਰ ਕੇ ਸਾਥ। ਪਾਤਸ਼ਾਹ ਜੀਆਂ ਨੇ ਦੋਵਾਂ ਹੱਥਾਂ ਨਾਲ ਜੋੜ ਕੇ ਆਸਾ ਨੂੰ ਕੰਧ ਦੇ ਨਾਲ ਮਾਰਿਆ। ਛੁੱਟੀ ਬੰਬ ਤਬ ਨੀਰ ਕੀ ਉਜ਼ੂ ਸਰਬ ਨੈ ਕੀਨ। ਉਸੇ ਹੀ ਥਾਂ ਤੋਂ ਜਲ ਦੀ ਨਿਰਮਲ ਧਾਰਾ ਵਹਿ ਤੁਰੀ।
ਉਸੇ ਨਾਲ ਹੀ ਉਹਨਾਂ ਨੇ ਉਜੂ ਕੀਤਾ। ਚਰਨ ਬੰਦਨਾ ਕੋ ਕਰਤ ਜਾਨੀ ਅਜ਼ਮਤ ਪੀਨ। ਪਾਤਸ਼ਾਹ ਜੀਆਂ ਦੇ ਮੁਬਾਰਕ ਚਰਨਾਂ ਤੇ ਫਿਰ ਸਾਰਿਆਂ ਨੇ ਉਹਨਾਂ ਨੇ ਸਾਧ ਸੰਗਤ ਜੀਓ ਨਮਸਕਾਰ ਕੀਤੀ। ਬੂਜਤ ਭੇ ਕਹਿ ਤਾਨ ਤੇ ਏਤੋ ਨਿਕਸਿਓ ਨੀਰ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਫਿਰ ਪੁੱਛਦੇ ਨੇ, ਪਾਤਸ਼ਾਹ ਇਹ ਨੀਰ ਕਿਵੇਂ ਪ੍ਰਗਟ ਹੋਇਆ? ਹਮੈ ਬਤਾਵੋ ਭੇਦ ਸਭ ਤੁਮਹੁ ਗੁਨੀ ਗਹੀਰ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਗੈਰ ਗੰਭੀਰ ਹੋ, ਸਾਨੂੰ ਖਿਮਾ ਕਰਨਾ ਕਿ ਅਸੀਂ ਤੁਹਾਡੇ ਉੱਪਰ ਸ਼ੱਕ ਕਰ ਬੈਠੇ ਸਾਂ। ਇਹ ਸਾਧ ਸੰਗਤ ਜੀਓ ਉਹ ਸਨ ਜਿਹੜੇ ਪੱਖਰ ਸੱਖਰ ਦੇ ਸਥਾਨ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਕਰਕੇ ਛੱਡ ਆਏ ਸਨ। ਪੀਰ ਮੁਲਤਾਨ ਦੇ ਸਨ ਜਿਹੜੇ ਵੀ ਕਹਿੰਦੇ ਨਾਲ ਨਹੀਂ ਇਹਨਾਂ ਨੂੰ ਲੈ ਕੇ ਜਾਣਾ, ਇਹ ਹੋਰ ਮਤ ਦੇ ਵਿੱਚੋਂ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਛੱਡ ਕੇ ਆਏ। ਮੱਕੇ ਦੇ ਅਸਥਾਨ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕਈ ਚਰਨਾਂ ਦੇ ਭੋਰੇ ਮਹਾਰਾਜ ਜੀਆਂ ਦੇ ਨਾਲ ਉੱਥੇ ਰਹੇ। ਸਾਧ ਸੰਗਤ ਜੀਓ ਜਿਵੇਂ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਕਿ ਕਈ ਅਸਥਾਨ ਉਹ ਹਨ ਜਿਨ੍ਹਾਂ ਦੇ ਕੋਲ ਜਾਂ ਉਹਨਾਂ ਥਾਵਾਂ ਤੇ ਜਾ ਕੇ ਸਮੇਂ ਸਿਰ ਸੰਭਾਲ ਨਾ ਕਰਨ ਕਰਕੇ ਅੱਜ ਉਹ ਥਾਵਾਂ ਅਲੋਪ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਹੀ ਗੜ ਬਗਦਾਦ ਨਵਾਇਕ ਹੈ, ਮੱਕਾ ਮਦੀਨਾ ਸਤਿਗੁਰੂ ਮਹਾਰਾਜ ਜਿਵੇਂ ਬਗਦਾਦ ਜਾਂ ਉਹਨਾਂ ਥਾਵਾਂ ਤੇ ਗਏ ਸਮੇਂ ਸਿਰ ਨਾ ਸੰਭਾਲਣ ਕਰਕੇ ਅੱਜ ਉਹ ਥਾਵਾਂ ਅਲੋਪ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਜ਼ਿਕਰ ਆਪਾਂ ਕੇਵਲ ਕਿਤਾਬਾਂ ਦੇ ਵਿੱਚੋਂ ਜਾਂ ਹੋਰ ਜਿਹੜੇ ਆਪਣੇ ਇਤਿਹਾਸਕ ਸਰੋਤ ਹਨ ਆਪਾਂ ਉਹਨਾਂ ਵਿੱਚੋਂ ਹੀ ਕਰਨੇ ਹਾਂ। ਨਹੀਂ ਤਾਂ ਸਤਿਗੁਰੂ ਮਹਾਰਾਜ ਜੀਆਂ ਦੇ ਮੁਬਾਰਕ ਜਿਹੜੇ ਜਿਹੜੇ ਥਾਵਾਂ ਤੇ ਸਤਿਗੁਰੂ ਜੀਆਂ ਦੇ ਚਰਨ ਪਏ ਹਨ, ਸਾਧ ਸੰਗਤ ਖਿਮਾ ਕਰਨਾ ਉਹਨਾਂ ਥਾਵਾਂ ਤੇ ਜਾ ਕੇ ਸੇਵਾ ਵੀ ਸੰਭਾਲ ਉਹਨਾਂ ਥਾਵਾਂ ਦੀ ਨਹੀਂ ਹੋ ਸਕੀ, ਜਿਹਦੇ ਕਰਕੇ ਅੱਜ ਉਹ ਜਗ੍ਹਾ ਸਾਡੇ ਕੋਲ ਨਹੀਂ ਹਨ। ਸੈਯਦ ਪ੍ਰਿਥੀਪਾਲ ਸਿੰਘ ਕਪੂਰ ਉਹਨਾਂ ਨੇ ਵਿਸਥਾਰ ਦੇ ਨਾਲ ਸਿਹਤੋ ਬਾਬਾ ਨਾਨਕ ਮਹਾਰਾਜ ਜੀਆਂ ਦੇ ਜੀਵਨ ਦੀਆਂ ਸਾਖੀਆਂ ਬੜੀ ਮੁਸ਼ਕਲ ਦੇ ਨਾਲ ਮੱਕੇ ਮਦੀਨੇ ਦੀ ਧਰਤੀ ਤੇ ਜਾ ਕੇ ਲੋਕਾਂ ਕੋਲੋਂ ਸੁਣ ਕੇ ਉਹਨਾਂ ਨੇ ਕਿਤਾਬ ਦੇ ਅੰਦਰ ਅੰਕਿਤ ਕੀਤੀਆਂ। ਪਹਿਲਾਂ ਇਹ ਕਿਤਾਬ ਉਰਦੂ ਦੇ ਅੰਦਰ ਸੀ, ਹੁਣ ਗੁਰਮੁਖੀ ਦੇ ਅੰਦਰ ਵੀ ਇਹ ਕਿਤਾਬ ਉਪਲਬਧ ਹੈ। ਸੰਗਤਾਂ ਭਾਵਨਾ ਦੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੀਆਂ ਵਿਚਿੱਤਰ ਸਾਖੀਆਂ ਉੱਥੋਂ ਵੀ ਪੜ੍ਹਦੇ ਹਨ। ਸੋ ਸਾਧ ਸੰਗਤ ਜੀਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਮੇਰਾ ਸਮਾਂ ਸਿੱਖੀ ਦਾ ਪ੍ਰਚਾਰ ਔਰ ਭੁੱਲੇ ਭਟਕਿਆਂ ਨੂੰ ਰਾਹੇ ਪਾਇਆ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨ, ਸੀਸ ਤੇ ਆਪਣਾ ਰਹਿਮਤਾਂ ਭਰਿਆ ਹੱਥ ਰੱਖਦਿਆਂ ਦਰ ਕਰਦੀਆਂ ਸੇਵਾਵਾਂ ਮਹਾਰਾਜ ਜੀ ਲੈਂਦੇ ਰਹਿਣ। ਹੋਈਆਂ ਬੇਅੰਤ ਭੁੱਲਾਂ ਦੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਖਿਮਾ ਬਖਸ਼ਿਸ਼ ਕਰਨ। ਸਮਾਂ ਸਮਾਪਤ ਹੈ, ਅਗਲੇਰੇ ਪ੍ਰਸੰਗ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ ਜੀ। ਵਾਹਿਗੁਰੂ 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 ਤਰੀ ਨਿਸ਼ਾਨੀ ਕੌਸ ਦੀ, ਤਰੀ ਨਿਸ਼ਾਨੀ ਕੌਸ ਦੀ, ਤਰੀ ਨਿਸ਼ਾਨੀ ਕੌਸ ਦੀ, ਤਰੀ ਨਿਸ਼ਾਨੀ ਕੌਸ। ਮੱਕੇ ਅੰਦਰ ਪੂਜ ਕਰਾਹੀ, 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 ਮੱਕੇ ਅੰਦਰ ਪੂਜ ਕਰਾਹੀ। ਹੇ ਅਚੁੱਤ ਹੇ ਪਾਰ ਬ੍ਰਹਮਾ, ਅਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਬੇਕ, ਹੇ ਅਪਰੰਪਰ ਹਰ ਹਰੇ, ਐ ਪੀ ਹੋਵਨ ਹਾਰ, ਹੇ ਸੰਤ ਕੈ ਸਦਾ ਸੰਗ, ਧਾਰਾ ਆਧਾਰ, ਹੇ ਠਾਕ
ਠਾਕੁਰ ਹੋਂ ਦਾਸਰੂ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜਾ ਨਾਮਦਾਨ ਰਾਖੋ ਹੀਐ ਪਰੋ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।